ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਤੇ ਸੁਖਮਨੀ ਸਾਹਿਬ ਜੀ ਦਾ ਜੋ ਕੇਂਦਰੀ ਭਾਵ ਹੈ ਰਹਾਉ ਵਾਲੀਆਂ ਪੰਕਤੀਆਂ ਵਿੱਚ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। यानी सुखां दी जो मनी है, सुखां दा जो मूल है, वो है प्रभु दा आत्मक जीवन देन वाला नाम जल। नाम दा मतलब हुक्म, ते रब दे प्यारे भगत ਉਹ ਨੇ ਜੋ ਹੁਕਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਅਸੀਂ ਕਹਿ ਸਕਦੇ ਹਾਂ ਕਿ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੀ ਸੁਖਾਂ ਦਾ ਰਾਸਤਾ ਹੈ ਔਰ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣਾ ਹੀ ਰੱਬ ਦੀ ਭਗਤੀ ਹੈ। ਆਓ ਅਗਲੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਨਿਰਗੁਣ ਆਪ, ਸਰਗੁਣ ਵੀ ਉਹੀ। ਨਿਰਗੁਣ ਦਾ ਮਤਲਬ ਹੈ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਨਿਰਲੇਪ। ਤੇ ਸਰਗੁਣ ਦਾ ਮਤਲਬ ਮਾਇਆ ਦੇ ਤਿੰਨ ਗੁਣਾਂ ਦੇ ਰੂਪ ਵਾਲਾ ਸਾਰਾ ਦ੍ਰਿਸ਼ਟਮਾਨ ਜਗਤ। ਨਿਰਗੁਣ ਦਾ ਮਤਲਬ ਜਿਸ ਦਾ ਕੋਈ ਰੂਪ, ਰੇਖ, ਰੰਗ, ਆਕਾਰ ਨਹੀਂ ਹੁੰਦਾ, ਜਿਸ ਨੂੰ ਅਸੀਂ ਇਹਨਾਂ ਅੱਖਾਂ ਦੇ ਨਾਲ ਵੇਖ ਨਹੀਂ ਸਕਦੇ। ਜਿਹਨੂੰ ਸਮਝਣ ਵਾਸਤੇ ਅਸੀਂ ਇਹ ਸ਼ਬਦ ਵਰਤ ਸਕਦੇ ਹਾਂ ਕਿ ਇਸ ਜਗਤ ਰਚਨਾ ਤੋਂ ਪਹਿਲਾਂ ਜੋ ਸੀ ਉਹ ਰੂਪ, ਯਾਨੀ ਜਿਸ ਦੇ ਵਿੱਚ ਕੋਈ ਰੂਪ, ਰੇਖ, ਰੰਗ, ਆਕਾਰ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਵੀ ਹੈ ਔਰ ਤ੍ਰੈਗੁਣੀ ਸੰਸਾਰ ਦਾ ਰੂਪ ਵੀ ਆਪ ਹੀ ਹੈ। ਯਾਨੀ ਉਹ ਦੋ ਵੱਖਰੇ ਨਹੀਂ, ਇੱਕ ਹੀ ਹੈ। ਇਹ ਚੀਜ਼ ਨੂੰ ਸਮਝਣ ਵਾਸਤੇ ਭਗਤ ਗੁਰਦੇਵ ਪਾਤਸ਼ਾਹ ਜੀ ਦਾ ਇੱਕ ਪਾਵਨ ਸ਼ਬਦ ਅਸੀਂ ਬੜੇ ਪਿਆਰ ਦੇ ਨਾਲ ਸਮਝ ਸਕਦੇ ਹਾਂ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਪੇਖ ਦਿਖਲਾਈ, सांग उतार थम्यो पासारा, तब एक को एक कंकारा, कवन रूप दृष्टियो बिनसायो, कतह गयो ओ कत ते आयो। ਇਹਦੇ ਨਾਲ ਸਾਨੂੰ ਇਹ ਚੀਜ਼ ਸਮਝ ਆ ਜਾਏਗੀ ਕਿ ਜਿਵੇਂ ਇੱਕ ਬਾਜੀਗਰ ਤਮਾਸ਼ਾ ਕਰਨ ਤੋਂ ਪਹਿਲਾਂ ਆਪਣਾ ਸਮਾਨ ਲੈ ਕੇ ਆਇਆ ਤੇ ਉਹਨੇ ਸਟੇਜ ਲਗਾਈ ਹੈ। ਹੁਣ ਬਾਜੀਗਰ ਇਕੱਲਾ ਹੀ ਹੈ, ਸਟੇਜ ਸਜ ਗਈ ਹੈ, ਪਰਦੇ ਦੇ ਪਿੱਛੇ ਬਾਜੀਗਰ ਚਲਾ ਗਿਆ ਤੇ ਉਹ ਰੂਪ ਬਣਾ ਕੇ ਆਇਆ ਸਪੋਜ਼ ਬੱਚੇ ਦਾ। ਬੱਚੇ ਦੀ ਉਹਨੇ ਐਕਟਿੰਗ ਕੀਤੀ, ਜੋ ਰੋਲ ਸੀ ਉਹ ਕੀਤਾ। ਉਹ ਫਿਰ ਪਰਦੇ ਪਿੱਛੇ ਚਲਾ ਗਿਆ, ਜਵਾਨ ਬਣ ਕੇ ਆ ਗਿਆ, ਕਦੇ ਬੁੱਢਾ ਬਣ ਕੇ, ਕਦੇ ਚੋਰ, ਕਦੇ ਸਿਪਾਹੀ ਬਣ ਕੇ। ਖੇਲ ਦੇ ਅੰਦਰ ਉਹਨੇ ਖੇਲ ਖੇਲਿਆ। ਅਨੇਕਾਂ ਸਾਰੇ ਉਹਨੇ ਰੂਪ ਬਣਾਏ, ਕਦੇ ਬੱਚਾ, ਕਦੇ ਜਵਾਨ, ਕਦੇ ਬਜ਼ੁਰਗ, ਕਦੇ ਚੋਰ, ਕਦੇ ਸਿਪਾਹੀ। ਉਸ ਤੋਂ ਬਾਅਦ ਉਹਦਾ ਖੇਲ ਖਤਮ ਹੋ ਗਿਆ ਤੇ ਖੇਲ ਨੂੰ ਉਹਨੇ ਆਪਣੇ ਨੂੰ ਸਮਾਨ ਨੂੰ ਸੰਭਾਲ ਲਿਆ। ਹੁਣ ਫਿਰ ਬਾਜੀਗਰ ਇਕੱਲਾ ਹੀ ਹੈ। ਖੇਲ ਤੋਂ ਪਹਿਲਾਂ ਵੀ ਇਕੱਲਾ ਸੀ, ਬਾਜੀਗਰ ਹੀ ਸੀ, ਕੋਈ ਹੋਰ ਨਹੀਂ ਸੀ। ਤੇ ਖੇਲ ਦੇ ਵਿੱਚ ਵੀ ਉਹ ਹੀ ਸੀ, ਹੋਰ ਨਹੀਂ ਸੀ ਕੋਈ। ਸਿਰਫ ਰੂਪ ਉਹਦੇ ਵੱਖਰੇ ਪ੍ਰਤੀਤ ਹੋ ਰਹੇ ਸਨ, ਉਹਨੇ ਬਸਤਰ ਵਗੈਰਾ ਬਦਲੇ ਸਨ। ਖੇਲ ਖਤਮ ਤੋਂ ਬਾਅਦ ਵੀ ਇਕੱਲਾ ਹੀ ਹੈ, ਯਾਨੀ ਉਹ ਇੱਕ ਹੀ ਆਪਣੇ ਰੂਪ ਵਿਖਾ ਰਿਹਾ ਹੈ, ਉਹ ਕਿਸੇ ਰੂਪ ਨਾਲੋਂ ਵੱਖਰਾ ਨਹੀਂ ਹੈ। ਤਾਂ ਨਿਰਗੁਣ ਔਰ ਸਰਗੁਣ ਉਹ ਆਪ ਹੀ ਹੈ, ਇੱਕ ਹੀ ਹੈ। ਨਿਰਗੁਣ ਵੀ ਉਹੀ ਹੈ ਤੇ ਸਰਗੁਣ ਵੀ ਉਹੀ ਹੈ। ਨਹੀਂ ਕਿ ਨਿਰਗੁਣ ਦੇ ਵਿੱਚ ਕੁਝ ਹੋਰ ਹੋ ਜਾਂਦਾ ਹੈ ਤੇ ਸਰਗੁਣ ਦੇ ਵਿੱਚ ਕੋਈ ਹੋਰ ਆ ਜਾਂਦਾ, ਐਵੇਂ ਨਹੀਂ, ਇੱਕ ਹੀ ਹੈ। ਜਗਤ ਰਚਨਾ ਤੋਂ ਪਹਿਲਾਂ ਵੀ ਉਹ ਆਪ ਸੀ ਤੇ ਆ ਜਿਹੜਾ ਦਿਸਦਾ ਜਗਤ ਹੈ ਇਹ ਵੀ ਉਹੀ ਹੈ, ਕੋਈ ਵੱਖਰਾ ਨਹੀਂ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ। ਕਲਾਧਾਰ ਜਿਨ ਸਗਲੀ ਮੋਹੀ, ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰਕੇ ਸਾਰੇ ਜਗਤ ਨੂੰ ਮੋਇਆ ਹੋਇਆ ਹੈ, ਬੰਨਿਆ ਹੋਇਆ ਹੈ। ਮੋਹਨ ਦਾ ਮਤਲਬ ਬੰਨ ਲੈਣਾ, ਆਪਣੇ ਹੁਕਮ ਦੇ ਅੰਦਰ ਜੋ ਰੱਖ ਰਿਹਾ ਹੈ। ਸਾਰੀ ਦੁਨੀਆ ਇਸ ਸੰਸਾਰ ਦੇ ਅੰਦਰ ਕਰਮ ਕਰ ਰਹੀ ਹੈ ਹੁਕਮ ਦੇ ਅੰਦਰ, ਤਾਂ ਤਾਕਤ ਆਪਣੀ ਵਰਤਾ ਕੇ ਆਪ ਹੀ ਉਹਨੇ ਸਾਰੇ ਜਗਤ ਨੂੰ ਮੋਇਆ ਹੋਇਆ ਹੈ, ਹੁਕਮ ਦੇ ਸੂਤਰ ਦੇ ਅੰਦਰ ਬੰਨਿਆ ਹੋਇਆ ਹੈ। ਹੁਣ ਜੇ ਇਹ ਚੀਜ਼ ਸਾਡੀ ਸਮਝ ਚ ਆ ਜਾਏ ਨਾ, ਨਿਰਗੁਣ ਆਪ, ਸਰਗੁਣ ਵੀ ਉਹੀ, ਤਾਂ ਜਿਹੜੀ ਰੱਬ ਨੂੰ ਲੱਭਣ ਵਾਲੀ ਸਾਡੀ ਸਮੱਸਿਆ ਹੈ ਨਾ, ਉਹ ਸੋਲਵ ਹੋ ਜਾਂਦੀ, ਹੱਲ ਹੋ ਜਾਂਦੀ ਹੈ। ਫਿਰ ਸਾਡੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ ਕਿ ਨਿਰਗੁਣ ਤੇ ਸਰਗੁਣ ਇੱਕ ਹੀ ਹੈ। ਉਹ ਆਪ ਹੀ ਨਿਰਾਕਾਰ ਤੋਂ ਸਾਕਾਰ ਹੋ ਗਿਆ, ਆਪ ਹੀ ਨਿਰੰਕਾਰ ਤੋਂ ਸੰਸਾਰ ਹੋ ਗਿਆ, ਨਿਰਗੁਣ ਤੋਂ ਸਰਗੁਣ ਹੋ ਗਿਆ, ਆਪ ਹੀ ਹੋਇਆ ਪਿਆ।
ਤਾਂ ਫਿਰ ਹੁਣ ਸਾਡੇ ਜਿੰਨੇ ਵੀ ਭਰਮ ਭੁਲੇਖੇ ਨੇ ਕਿ ਉਹ ਵੱਖਰੇ ਕਿਤੇ ਸੱਚਖੰਡ ਵਿੱਚ ਵਸਦਾ ਹੈ, ਜਾਂ ਉਹ ਵੱਖਰੇ ਕਿਸੇ ਸਵਰਗ ਵਿੱਚ ਰਹਿ ਰਿਹਾ ਹੈ, ਜਾਂ ਜੰਨਤ ਵਿੱਚ ਰਹਿ ਰਿਹਾ ਹੈ, ਤਾਂ ਇਸ ਗੱਲ ਦੀ ਫਿਰ ਕੋਈ ਤੁਕ ਨਹੀਂ ਰਹਿ ਜਾਏਗੀ। ਇਹਦਾ ਹੁਣ ਕੋਈ ਸੈਂਸ ਨਹੀਂ ਬਣਦਾ ਨਾ ਕਿ ਉਹ ਵੱਖਰਾ ਕਿਤੇ ਵਸ ਰਿਹਾ, ਕਿਉਂਕਿ ਹੈ ਹੀ ਆਪ ਹੀ ਫੈਲਿਆ ਹੋਇਆ ਹੈ। ਫਿਰ ਸਾਨੂੰ ਸਮਝ ਪੈ ਜਾਏਗੀ ਕਿ ਇਹ ਸਾਰਾ ਦਿਸਦਾ ਜਗਤ ਰੱਬ ਦਾ ਹੀ ਰੂਪ ਹੈ, ਰੱਬ ਆਪ ਹੀ ਜਗਤ ਰੂਪ ਦੇ ਅੰਦਰ ਫੈਲਿਆ ਹੋਇਆ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਇੱਕ ਓੰਕਾਰ ਇੱਕ ਹੀ ਪਸਰਿਆ ਹੋਇਆ ਹੈ, ਇੱਕੋ ਹੀ ਪਸਰਿਆ ਹੋਇਆ ਹੈ ਅਨੇਕਾਂ ਰੰਗਾਂ ਰੂਪਾਂ ਦੇ ਵਿੱਚ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਾਨੂੰ ਸਮਝ ਪੈ ਜਾਏਗੀ ਕਿ ਅਦਿਸਤਾ ਜਗਤ ਰੱਬ ਦਾ ਹੀ ਸਰਗੁਣ ਸਰੂਪ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ। ਚਰਿਤ ਦਾ ਮਤਲਬ ਕੌਤਕ, ਚਰਿੱਤਰ, ਖੇਲ, ਤਮਾਸ਼ਾ। ਪ੍ਰਭੂ ਨੇ ਆਪਣੇ ਚਰਿੱਤਰ ਆਪ ਹੀ ਬਣਾਏ ਹੋਏ ਨੇ, ਯਾਨੀ ਆਪਣੀ ਖੇਲ ਆਪ ਹੀ ਰਚੀ ਹੋਈ ਹੈ। ਆਪ ਹੀ ਇਸ ਖੇਲ ਦੇ ਅੰਦਰ ਖੇਲ ਰਿਹਾ ਹੈ, ਕਿਉਂਕਿ ਉਹਦੇ ਤੋਂ ਬਿਨਾ ਕੋਈ ਹੋਰ ਹੈ ਨਹੀਂ। ਆਪਣੀ ਕੀਮਤ ਆਪੇ ਪਾਏ। ਇਹਨੂੰ ਆਪਣੀ ਨਹੀਂ, ਪੱਪੇ ਦੇ ਪੈਰ ਥੱਲੇ ਥੋੜਾ ਜਿਹਾ ਔਂਕੜ ਦੀ ਆਵਾਜ਼ ਦਵਾਂਗੇ। ਆਪਣੀ, ਆਪਣੀ, ਆਪਣੀ ਕੀਮਤ ਆਪੇ ਪਾਏ। ਉਹ ਆਪਣੀ ਬਜ਼ੁਰਗੀ ਦਾ ਮੁੱਲ ਵੀ ਆਪ ਹੀ ਪਾ ਸਕਦਾ ਹੈ, ਯਾਨੀ ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ। ਜੇ ਮੈਂ ਉਹਦਾ ਅੰਤ ਜਾਣਨਾ ਚਾਹਾਂ ਤਾਂ ਅੰਤ ਨਹੀਂ ਜਾਣ ਪਾਵਾਂਗਾ। ਤੁਸੀਂ ਕੋਈ ਅੰਤ ਜਾਣਨਾ ਚਾਹੋ ਤੇ ਉਹਦਾ ਅੰਤ ਜਾਣ ਨਹੀਂ ਪਾਓਗੇ। ਕਿਸੇ ਵੀ ਕੀਮਤ ਦੇ ਨਾਲ ਅੰਤ ਨਹੀਂ ਜਾਣਿਆ ਜਾ ਸਕਦਾ। ਆਪਣੀ ਕੀਮਤ ਉਹਨੇ ਆਪ ਹੀ ਪਾਈ ਹੈ, ਆਪਣੀ ਬਜ਼ੁਰਗੀ ਨੂੰ ਆਪ ਜਾਣਦਾ ਹੈ। ਕਿੱਡਾ ਵੱਡਾ ਹੈ, ਕਿੱਥੋਂ ਤੱਕ ਪਸਰਿਆ ਹੋਇਆ ਹੈ, ਇਹ ਰੱਬ ਆਪ ਹੀ ਜਾਣਦਾ ਹੈ। ਕੋਈ ਵਿਅਕਤੀ ਵਿਸ਼ੇਸ਼ ਉਹਦਾ ਅੰਤ ਨਹੀਂ ਜਾਣ ਸਕਦਾ, ਯਾਨੀ ਉਹ ਅਨੰਤ ਹੈ। ਹਰ ਬਿਨ ਦੂਜਾ ਨਾ ਹੀ ਕੋਈ। ਹਰ ਬਿਨ ਤੇ ਵਿਸਰਾਮ ਲਗਾਵਾਂਗੇ। ਹਰ ਬਿਨ ਦੂਜਾ ਨਾ ਹੀ ਕੋਈ। ਵਾਹਿਗੁਰੂ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ, ਰੱਬ ਤੋਂ ਬਿਨਾ। ਹਰ ਬਿਨ ਦੂਜਾ ਨਾ ਹੀ ਕੋਈ, ਰੱਬ ਤੋਂ ਬਿਨਾ ਦੂਜਾ ਕੋਈ ਹੋਰ ਹੈ ਹੀ ਨਹੀਂ। ਹੁਣ ਦੇਖੋ ਸਾਡੀ ਕਿਹੜੀ ਵੱਡੀ ਸਮੱਸਿਆ ਦਾ ਹੱਲ ਹੁੰਦਾ ਨਾ, ਕਿ ਰੱਬ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ। ਜੇ ਰੱਬ ਤੋਂ ਬਿਨਾ ਦੂਜਾ ਹੈ ਨਹੀਂ ਚਾਰ ਚ, ਫਿਰ ਇਹ ਰੱਬ ਹੀ ਪਸਰਿਆ ਹੋਇਆ ਨਾ। ਜਿੱਧਰ ਵੇਖਣਾ ਪ੍ਰਭੂ ਤੇਰਾ ਨੂਰ, ਤੇਰਾ ਜ਼ਹੂਰ, ਤੇਰਾ ਜਲਵਾ ਨਜ਼ਰੀ ਪੈਂਦਾ ਹੈ। ਤੇ ਜੇ ਅਸੀਂ ਇਹਦੇ ਤੇ ਅਮਲ ਕਰੀਏ, ਰੱਬ ਨੂੰ ਮੰਨਣ ਵਾਲੇ ਲੋਕ ਜੇ ਇਹਦੇ ਤੇ ਅਮਲ ਕਰਨ, ਜੀਵਨ ਤਾਂ ਬਣੇਗਾ ਕਿ ਰੱਬ ਤੋਂ ਬਿਨਾ ਨਹੀਂ। ਮੇਰੇ ਸਾਹਮਣੇ ਤੁਸੀਂ ਜੋ ਵੀਰ ਭੈਣਾਂ ਬੈਠੇ ਹੋ, ਰੱਬ ਤੋਂ ਬਿਨਾ ਹੋਰ ਨਹੀਂ ਹੋ। ਫਿਰ ਮੈਂ ਤੁਹਾਡਾ ਕਿੰਨਾ ਮਾਣ ਕਰਾਂਗਾ ਨਾ, ਕਿੰਨਾ ਸਤਿਕਾਰ ਕਰਾਂਗਾ, ਕਿੰਨੇ ਪਿਆਰ ਨਾਲ ਬੋਲਾਂਗਾ, ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਰੱਬ ਵਰਗਾ ਮਾਣ, ਰੱਬ ਵਰਗਾ ਪਿਆਰ, ਰੱਬ ਵਰਗਾ ਸਤਿਕਾਰ। ਤੇ ਤੁਸੀਂ ਵੀ ਇੱਕ ਦੂਜੇ ਦੇ ਨਾਲ ਐਵੇਂ ਹੀ ਪਿਆਰ ਵਿਹਾਰ ਕਰੋਗੇ ਤਾਂ ਇਹ ਜੀਵਨ ਕਿੰਨਾ ਸੁਹਾਵਣਾ ਹੋ ਸਕਦਾ ਨਾ। ਸਾਡੇ ਘਰ ਪਰਿਵਾਰ ਕਿਵੇਂ ਸਵਰਗ ਬਣ ਸਕਦੇ ਨੇ ਨਾ। ਲੇਕਿਨ ਮਨੁੱਖ ਕਰਨਾ ਹੀ ਨਹੀਂ ਚਾਹ ਰਿਹਾ। ਇਹ ਨਹੀਂ ਕਿ ਹੋ ਨਹੀਂ ਸਕਦਾ, ਹੋ ਸਕਦਾ ਹੈ, ਪਰ ਬੰਦਾ ਕਰਨਾ ਹੀ ਨਹੀਂ ਚਾਹੁੰਦਾ। ਜਦੋਂ ਕੋਈ ਗੱਲ ਹੁੰਦੀ ਹੈ ਕਿ ਐਵੇਂ ਹੋ ਸਕਦਾ ਸੀ, ਨਾਲ ਦੇ ਨਾਲ ਸਾਡੇ ਅੰਦਰ ਇੱਕ ਚੀਜ਼ ਆਉਂਦੀ ਵੀ ਹੋ ਤੇ ਸਕਦਾ, ਪਰ ਜੇ ਅਗਲਾ ਨਾ ਕਰੇ, ਫਿਰ ਬਸ ਅਗਲਾ ਨਾ ਕਰੇ ਦਾ ਮਤਲਬ ਅਸੀਂ ਵੀ ਨਹੀਂ ਕਰਨਾ ਚਾਹੁੰਦੇ। ਯਾਨੀ ਸਾਨੂੰ ਹਰ ਇਨਸਾਨ ਨੂੰ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪਵੇਗੀ, ਕਿਉਂਕਿ ਰੱਬ ਨੂੰ ਮੈਂ ਮਿਲਣਾ ਚਾਹੁੰਦਾ, ਮੁਕਤੀ ਮੈਂ ਚਾਹੁੰਦਾ, ਸੁਖ ਸ਼ਾਂਤੀ ਮੈਂ ਚਾਹੁੰਦਾ, ਤਾਂ ਫਿਰ ਕੰਮ ਮੈਨੂੰ ਹੀ ਕਰਨੇ ਪੈਣਗੇ ਨਾ। ਭੁੱਖ ਮੈਨੂੰ ਲੱਗੀ ਹੈ, ਭੁੱਖ ਮੈਂ ਮਿਟਾਣੀ ਚਾਹੁੰਦਾ, ਤੇ ਮੈਨੂੰ ਕੋਈ ਕਹੇ, ਮੈਂ ਕਹਾਂ ਕਿ ਭੁੱਖ ਮਿਟ ਤੇ ਸਕਦੀ ਹੈ, ਪਰ ਜੇ ਅਗਲਾ ਬੰਦਾ ਰੋਟੀ ਨਾ ਖਾਏ ਤੇ ਮੈਂ ਵੀ ਨਹੀਂ ਖਾਣੀ। ਨਾ ਖਾ ਵੀ ਤੂੰ ਹੀ ਭੁੱਖਾ ਬੈਠਾ ਰਹੇ। ਹੁਣ ਭੁੱਖ ਮੈਨੂੰ ਅਗਲੇ ਨੇ ਤਾਂ ਨਹੀਂ ਖਾਣੀ, ਤੇ ਨਾ ਖਾਏ ਮੈਂ ਖਾਵਾਂਗਾ, ਮੇਰੀ ਭੁੱਖ ਮਿਟ ਜਾਏਗੀ ਨਾ। ਮੇਰੀ ਭੁੱਖ ਤਾਂ ਹੀ ਮਿਟੇਗੀ ਜੇ ਮੈਂ ਰੋਟੀ ਖਾਵਾਂਗਾ। ਮੇਰੀ ਪਿਆਸ ਤਾਂ ਹੀ ਮਿਟੇਗੀ ਜੇ ਮੈਂ ਪਾਣੀ ਪੀਵਾਂਗਾ। ਹੁਣ ਮੇਰੀ ਜੋ ਆਤਮਿਕ ਸ਼ਾਂਤੀ ਜਾਂ ਮਾਨਸਿਕ ਸ਼ਾਂਤੀ ਹੈ ਜਾਂ ਖੁਸ਼ੀ ਹੈ ਜਾਂ ਰੱਬ ਦੇ ਵਿੱਚ ਮੇਰਾ ਜਿਹੜਾ ਮਿਲਣਾ ਹੈ, ਉਹ ਤਾਂ ਹੀ ਹੋਏਗਾ ਨਾ ਜੇ ਮੈਂ ਆਪ ਇਹ ਕੰਮ ਕਰਾਂਗਾ। ਤਾਂ ਦੂਜੇ ਨੇ ਤੇ ਮੇਰੀ ਜਗ੍ਹਾ ਕਰਨਾ ਨਹੀਂ ਹੈ ਨਾ, ਕਿਉਂਕਿ ਚਾਹਤ ਮੇਰੀ ਹੈ, ਲੋੜ ਮੇਰੀ ਹੈ। ਇਸ ਲਈ ਦੁਨੀਆ ਦੇ ਹਰ ਇਨਸਾਨ ਨੂੰ ਇਹਨਾਂ ਚੀਜ਼ਾਂ ਤੇ ਅਮਲ ਕਰਨ ਦੀ ਟਰਾਈ ਕਰਨੀ ਚਾਹੀਦੀ। ਹਰ ਬਿਨ ਦੂਜਾ ਨਾ ਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਨਿਰੰਤਰ ਦਾ ਮਤਲਬ ਲਗਾਤਾਰ,
ਸਭ ਦੇ ਅੰਦਰ ਲਗਾਤਾਰ ਇੱਕੋ ਹੀ ਹੈ। ਅਦੁੱਤੀ ਸਾਹਿਬ ਸਾਰਿਆਂ ਦੇ ਅੰਦਰ ਹੈ, ਸਰਬ ਨਿਰੰਤਰ, ਸਾਰਿਆਂ ਦੇ ਅੰਦਰ ਲਗਾਤਾਰ, ਕੰਟੀਨਿਊ। ਇਹ ਨਹੀਂ ਕਿ ਮੇਰੇ ਅੰਦਰ ਕਦੇ ਰੱਬ ਹੈ ਤੇ ਕਦੇ ਨਹੀਂ ਹੈ, ਤੁਹਾਡੇ ਵਿੱਚ ਕਦੇ ਰੱਬ ਹੁੰਦਾ ਹੈ ਤੇ ਕਦੇ ਨਹੀਂ ਹੁੰਦਾ, ਐਵੇਂ ਨਹੀਂ। ਸਭ ਥਾਵਾਂ ਤੇ ਸਭ ਦੇ ਅੰਦਰ ਹਰ ਵਕਤ ਮੌਜੂਦ ਹੈ। ਪਰ ਹੁਣ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਜਾਂ ਨਹੀਂ ਕਰਦੇ, ਇਹ ਸਾਡੇ ਤੇ ਡਿਪੈਂਡ ਕਰੇਗਾ। ਸੱਚ ਸਾਡੇ ਸਾਰਿਆਂ ਦੇ ਅੰਦਰ ਹਰ ਵਕਤ ਮੌਜੂਦ ਹੈ, ਨਿਮਰਤਾ ਹਰ ਵਕਤ ਮੌਜੂਦ ਹੈ, ਪਿਆਰ ਹਰ ਵਕਤ ਮੌਜੂਦ ਹੈ, ਦਇਆ ਹਰ ਵਕਤ ਮੌਜੂਦ ਹੈ, ਹਰ ਵੇਲੇ ਹਰ ਥਾਂ ਤੇ। ਪਰ ਜੇ ਅਸੀਂ ਇਹਨੂੰ ਵਰਤੋਂ ਵਿੱਚ ਲਿਆਈਏ ਤਾਂ ਹੀ ਹੈ ਨਾ, ਤੇ ਜੇ ਵਰਤੋਂ ਵਿੱਚ ਨਾ ਲਿਆਈਏ ਤਾਂ ਸਾਡੀ ਮਰਜ਼ੀ ਹੈ। ਗੁਣ ਤੇ ਸਾਡੇ ਅੰਦਰ ਹੈ ਨੇ ਭਾਈ, ਹਰ ਵਕਤ ਹੈ ਨੇ। ਅਸੀਂ ਹਰ ਵਕਤ ਮਿੱਠਾ ਬੋਲ ਸਕਦੇ ਹਾਂ, ਹਰ ਵਕਤ ਸੱਚ ਬੋਲ ਸਕਦੇ ਹਾਂ, ਹਰ ਵਕਤ ਅਸੀਂ ਨਿਮਰਤਾ ਨਾਲ ਰਹਿ ਸਕਦੇ ਹਾਂ, ਹਰ ਵਕਤ ਅਸੀਂ ਪਿਆਰ ਨਾਲ ਰਹਿ ਸਕਦੇ ਹਾਂ, ਕਿਉਂਕਿ ਹਰ ਥਾਂ ਦੇ ਉੱਤੇ ਸਾਡੇ ਅੰਦਰ ਇਹ ਗੁਣ ਮੌਜੂਦ ਨੇ। ਪਰ ਬੰਦਾ ਇਹਨਾਂ ਨੂੰ ਯੂਜ਼ ਕਰੇ ਤਾਂ ਹੈ ਨਾ। ਸਰਬ ਨਿਰੰਤਰ ਏਕੋ ਸੋਏ, ਸਭ ਥਾਵਾਂ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਹੈ, ਲਗਾਤਾਰ ਹੈ। ਓਤ ਪੋਤ ਰਵਿਆ ਰੂਪ ਰੰਗ। ਓਤ ਪੋਤ ਦਾ ਮਤਲਬ ਤਾਣੇ ਪੇਟੇ ਦੀ ਤਰ੍ਹਾਂ। ਹੁਣ ਦੇਖੋ, ਪਹਿਲਾਂ ਬੀਬੀਆਂ ਦਰੀਆਂ ਉਣਦੀਆਂ ਸਨ ਨਾ ਘਰਾਂ ਦੇ ਵਿੱਚ, ਤੇ ਦਰੀ ਦਾ ਤਾਣਾ ਪਾਇਆ ਜਾਂਦਾ ਸੀ ਇੱਕ ਸਾਈਡ ਵਿੱਚ ਲੰਬੇ ਪਾਸੇ ਦਾ, ਤੇ ਫਿਰ ਉਹਦੇ ਅੰਦਰ ਜੋ ਦੂਜੇ ਪਾਸੇ ਦੇ ਧਾਗੇ ਪਾਈਦੇ ਸਨ ਉਹਨੂੰ ਪੇਟਾ ਕਹਿੰਦੇ ਸਨ। ਹੁਣ ਤਾਣੇ ਔਰ ਪੇਟੇ ਦੇ ਵਿੱਚ ਧਾਗਾ ਤੇ ਇੱਕੋ ਕਪਾਹ ਦਾ ਹੀ ਹੈ, ਉਹ ਵੀ ਕਪਾਹ ਦਾ ਧਾਗਾ ਹੈ, ਉਹ ਵੀ ਤਾਣੇ ਵਿੱਚ ਵੀ ਕਪਾਹ ਧਾਗਾ ਤੇ ਪੇਟੇ ਵਿੱਚ ਵੀ ਧਾਗਾ, ਦੋਵਾਂ ਪਾਸੇ ਧਾਗਾ ਹੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਹਰ ਰੂਪ ਰੰਗ ਦੇ ਅੰਦਰ, ਰੂਪ ਦੇ ਅੰਦਰ, ਰੰਗ ਦੇ ਅੰਦਰ ਰੱਬ ਹੀ ਹੈ, ਤਾਣੇ ਪੇਟੇ ਦੀ ਤਰ੍ਹਾਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਤੁਹਾਡੇ ਵਿੱਚ, ਮੇਰੇ ਵਿੱਚ, ਤੁਹਾਡੇ ਵਿੱਚ, ਹੋਰ ਸਾਰੀ ਦੁਨੀਆ ਦੇ ਅੰਦਰ ਇੱਕੋ ਹੀ ਹੈ, ਹਰ ਰੂਪ ਵਿੱਚ, ਹਰ ਰੰਗ ਵਿੱਚ। ਤੇ ਜੇ ਇਹ ਚੀਜ਼ ਨੂੰ ਸਮਝ ਲਿਆ ਜਾਏ ਕਿ ਹਰ ਰੂਪ, ਹਰ ਰੰਗ ਦੇ ਅੰਦਰ ਰੱਬ ਮੌਜੂਦ ਹੈ, ਰੱਬ ਦੇ ਗੁਣ ਮੌਜੂਦ ਨੇ, ਔਰ ਹਰ ਰੂਪ ਤੇ ਹਰ ਰੰਗ ਵਾਲਾ ਬੰਦਾ ਉਹਨਾਂ ਗੁਣਾਂ ਦਾ ਧਾਰਨੀ ਹੋ ਜਾਏ ਤਾਂ ਹਰ ਬੰਦਾ ਰੱਬ ਵਰਗਾ ਹੋ ਸਕਦਾ ਹੈ। ਤੇ ਦੂਜੀ ਗੱਲ, ਜਿਹੜੇ ਆ ਰੂਪ ਰੰਗ ਦੇ ਵਿਤਕਰੇ ਨੇ ਇਹ ਵੀ ਮਿਟ ਜਾਣਗੇ। ਨਫ਼ਰਤ ਹੈ ਨਾ, ਹੁਣ ਆਮ ਬੰਦਾ, ਕਾਲਿਆਂ ਔਰ ਗੋਰਿਆਂ ਦੇ ਨਫ਼ਰਤ ਪਈ ਹੈ ਨਾ ਰੰਗਾਂ ਦੀ। ਕੋਈ ਕਿਸੇ ਰੰਗ ਵਾਲਿਆਂ ਨੂੰ ਪਸੰਦ ਕਰਦਾ ਹੈ, ਕੋਈ ਕਿਸੇ ਵਾਲਿਆਂ ਨੂੰ ਨਹੀਂ ਕਰਦਾ। ਕਿਸੇ ਦਾ ਰੂਪ ਚੰਗਾ ਹੈ, ਕਿਸੇ ਦਾ ਰੂਪ ਸੋਹਣਾ ਨਹੀਂ ਹੈ। ਤੇ ਜੇ ਰੱਬ ਨੂੰ ਵੇਖਿਆ ਜਾਏ, ਰੱਬੀ ਗੁਣਾਂ ਨੂੰ ਵੇਖਿਆ ਜਾਏ, ਔਰ ਹਰ ਰੂਪ ਰੰਗ ਵਾਲੇ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰਨ, ਤਾਂ ਹਰ ਇਨਸਾਨ ਮਹਾਨ ਹੋ ਸਕਦਾ ਹੈ। ਹਰ ਰੂਪ ਰੰਗ ਦੇ ਅੰਦਰ ਰੱਬ ਹੈ, ਇਸ ਲਈ ਰੂਪ ਰੰਗ ਕਰਕੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ ਜਾ ਸਕਦੀ, ਨਾ ਹੀ ਕਰਨੀ ਚਾਹੀਦੀ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਵਾਲੀ ਅਵਸਥਾ ਬਣ ਸਕਦੀ ਹੈ। ਲੇਕਿਨ ਐਸੀ ਜ਼ਿੰਦਗੀ ਬਣੇਗੀ ਕਿਵੇਂ, ਸੋਚ ਬਣੇ ਕਿਵੇਂ? ਭਏ ਪ੍ਰਗਾਸ ਸਾਧ ਕੈ ਸੰਗ, ਸਾਧ ਦਾ ਮਤਲਬ ਗੁਰੂ। ਇਹ ਜਿਹੜਾ ਚਾਨਣ ਹੈ ਨਾ, ਪ੍ਰਗਾਸ ਦਾ ਮਤਲਬ ਚਾਨਣ ਯਾਨੀ ਗਿਆਨ। ਇਹ ਜਿਹੜਾ ਗਿਆਨ ਹੈ ਜਿਸ ਬਾਰੇ ਗੁਰੂ ਜੀ ਗੱਲ ਕਰ ਰਹੇ ਨੇ ਕਿ ਸਾਰਿਆਂ ਦੇ ਵਿੱਚ ਇੱਕ ਰੱਬ ਹੈ, ਇੱਕ ਰੱਬ ਹੀ ਫੈਲਿਆ ਹੋਇਆ ਹੈ, ਨਿਰਗੁਣ ਸਰਗੁਣ ਇੱਕੋ ਹੀ ਹੈ, ਇਹ ਗਿਆਨ ਗੁਰੂ ਦੀ ਸੰਗਤ ਵਿੱਚੋਂ ਮਿਲਦਾ ਹੈ। ਭੈ ਪ੍ਰਗਾਸ ਸਾਧ ਕੈ ਸੰਗ, ਇਹ ਚਾਨਣ, ਇਹ ਸਮਝ, ਪ੍ਰਗਾਸ ਦਾ ਮਤਲਬ ਸਮਝ, ਗੁਰੂ ਦੀ ਸੰਗਤ ਵਿੱਚੋਂ ਮਿਲਦੀ ਹੈ, ਗੁਰੂ ਦੀ ਬਾਣੀ ਨੂੰ ਪੜ੍ਹ ਕੇ ਮਿਲਦੀ, ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਮਿਲਦੀ ਹੈ। ਜੇ ਅਸੀਂ ਆਪਣੀ ਮੱਤ ਦੀ ਵਰਤੋਂ ਕਰੀਏ ਨਾ ਗੁਰਮਤ ਅਨੁਸਾਰ, ਤਾਂ ਸਾਡੇ ਅੰਦਰ ਇਹ ਸਮਝ ਪੈਦਾ ਹੋ ਜਾਏਗੀ, ਕਾਮਨ ਸੈਂਸ ਪੈਦਾ ਹੋ ਜਾਏਗੀ, ਇਹ ਗਿਆਨ ਆ ਜਾਏਗਾ, ਇਹ ਸਮਝ ਆ ਜਾਏਗੀ, ਪਤਾ ਲੱਗ ਜਾਏਗਾ। ਭੈ ਪ੍ਰਗਾਸ ਸਾਧ ਕੇ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਕਲ ਦਾ ਮਤਲਬ ਤਾਕਤ। ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ ਦੇ ਅੰਦਰ ਟਿਕਾਈ ਹੋਈ ਹੈ, ਯਾਨੀ ਇੱਕ ਰੱਬ ਦੀ ਸੱਤਿਆ ਕਰਕੇ ਹੀ ਇਹ ਸਾਰਾ ਕੁਛ ਹੈ। ਮੈਂ ਵੀ, ਤੁਸੀਂ ਵੀ, ਧਰਤੀ ਵੀ, ਖੰਡ ਮੰਡਲ ਬ੍ਰਹਿਮੰਡ ਜੋ ਕੁਛ ਵੀ ਹੈ, ਰੱਬ ਦੀ ਸੱਤਿਆ ਦੇ ਕਰਕੇ ਹੈ। ਸਾਰਿਆਂ ਦੇ ਅੰਦਰ ਉਸ ਰੱਬ ਦੀ ਤਾਕਤ ਹੈ,
ਸੱਤਿਆ ਕਹਿ ਲੋ, ਰੂਪ ਕਹਿ ਲੋ, ਜੋਤ ਕਹਿ ਲੋ, ਸਰੂਪ ਕਹਿ ਲੋ, ਕੋਈ ਵੀ ਸ਼ਬਦ ਤੁਸੀਂ ਵਰਤ ਸਕਦੇ ਹੋ। ਜਿਸ ਵੀ ਸ਼ਬਦ ਨੂੰ ਵਰਤਿਆਂ ਸਮਝ ਆ ਜਾਏ ਕਿ ਰੱਬ ਸਾਰਿਆਂ ਦੇ ਅੰਦਰ ਹੈ, ਉਹਨੇ ਆਪਣੀ ਕਲਾ ਵਰਤਾਈ ਹੋਈ ਹੈ। ਇੱਕ ਦੀ ਹੀ ਇਹ ਸਾਰੀ ਦੀ ਸਾਰੀ ਕਲਾ ਹੈ, ਇੱਕ ਦੀ ਹੀ ਇਹ ਖੇਲ ਹੈ, ਉਸ ਖੇਲ ਦੇ ਅੰਦਰ ਖੇਲ ਰਿਹਾ ਹੈ। ਅਨੇਕ ਬਾਰ ਨਾਨਕ ਬਲਿਹਾਰੀ, ਅਨੇਕ ਬਾਰ ਨਾਨਕ ਬਲਿਹਾਰੀ। ਗੁਰੂ ਜੀ ਕਹਿੰਦੇ ਨੇ ਮੈਂ ਉਹਦੇ ਤੋਂ ਅਨੇਕਾਂ ਵਾਰ ਸਦਕੇ ਜਾਂਦਾ ਹਾਂ, ਘੋਲ ਘੁਮਾਈ ਹੁੰਦਾ ਹਾਂ, ਵਾਰ ਨੇ ਸਦਕੇ ਜਾਂਦਾ ਹਾਂ। ਯਾਨੀ ਰੱਬ ਦੇ ਗੁਣਾਂ ਤੋਂ ਸਦਕੇ ਜਾਣਾ ਹੈ, ਵਾਰ ਨੇ ਸਦਕੇ ਜਾਣਾ ਹੈ, ਘੋਲ ਘੁਮਾਈ ਹੋਣਾ ਹੈ, ਪ੍ਰੀਤ ਪਾਣੀ ਹੈ, ਰੱਬੀ ਰਜਾ ਦੇ ਅੰਦਰ ਤੁਰਨਾ ਹੈ। ਜਦੋਂ ਅਸੀਂ ਰੱਬੀ ਰਜਾ ਵਿੱਚ ਤੁਰਾਂਗੇ, ਰੱਬ ਦੇ ਨਾਲ ਪ੍ਰੀਤ ਕਰਾਂਗੇ, ਰੱਬੀ ਗੁਣਾਂ ਦੇ ਨਾਲ ਪ੍ਰੀਤ ਕਰਾਂਗੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸਾਨੂੰ ਇਹ ਸਮਝ ਆ ਜਾਏਗੀ ਕਿ ਸਭ ਦੇ ਅੰਦਰ ਉਹ ਰੱਬ ਹੈ। ਫਿਰ ਸਾਰਿਆਂ ਦੇ ਨਾਲ ਮਿਲਵਰਤਨ ਸਾਡਾ ਬਦਲੇਗਾ, ਸਾਡੀ ਸੋਚ ਬਦਲੇਗੀ, ਸੋਚ ਮਹਾਨ ਹੋਏਗੀ, ਤੇ ਇਹ ਜੀਵਨ ਜਿਹੜਾ ਹੈ ਉਹ ਉੱਚਾ ਸੁੱਚਾ ਔਰ ਮਹਾਨ ਹੋ ਜਾਏਗਾ। ਅਗਲੇ ਸ਼ਲੋਕ ਵਿੱਚ ਗੁਰਦੇਵ ਜੀ ਬਚਨ ਕਰਦੇ ਨੇ, ਸਾਥ ਨਾ ਚਾਲੈ ਬਿਨ ਭਜਨ। ਚਾਲੈ ਤੇ ਥੋੜਾ ਜਿਹਾ ਵਿਸਰਾਮ ਲਗਾਵਾਂਗੇ, ਬਿਨ ਭਜਨ ਤੇ ਵਿਸਰਾਮ ਲਗਾਵਾਂਗੇ। ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਛਾਰ ਦਾ ਮਤਲਬ ਸਵਾ, ਵਿਖਿਆ ਦਾ ਮਤਲਬ ਜ਼ਹਿਰ, ਮਾਇਆ, ਆਤਮਕ ਮੌਤ ਲਿਆਉਣ ਵਾਲੀ। ਬਿਨ ਭਜਨ, ਭਜਨ ਦਾ ਮਤਲਬ ਜੋ ਰੱਬ ਦੀ ਭਗਤੀ ਹੈ, ਰੱਬ ਦੇ ਗੁਣ ਨੇ। ਤੇ ਰੱਬੀ ਗੁਣਾਂ ਤੋਂ ਬਿਨਾ ਆਤਮਕ ਜੀਵਨ ਵਿੱਚ ਨਾਲ ਕੁਛ ਨਹੀਂ ਚੱਲਦਾ, ਕੋਈ ਸਾਥ ਨਹੀਂ ਦਿੰਦਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਹੋਵੇ, ਸ਼ਾਂਤੀ ਆਵੇ, ਆਨੰਦ ਪ੍ਰਸੰਨਤਾ ਆਵੇ, ਅਸੀਂ ਰੱਬ ਨੂੰ ਮਹਿਸੂਸ ਕਰ ਸਕੀਏ, ਰੱਬ ਦੇ ਵਿੱਚ ਭੇਦ ਹੋ ਸਕੀਏ, ਸਾਡੇ ਜੀਵਨ ਦੇ ਅੰਦਰ ਮਹਾਨਤਾ ਆਵੇ, ਤਾਂ ਆਤਮਕ ਜੀਵਨ ਦੇ ਅੰਦਰ ਸਾਡੇ ਨਾਲ ਸਾਡਾ ਸਾਥ ਸਿਰਫ ਰੱਬ ਦੇ ਗੁਣ ਦੇ ਸਕਦੇ ਨੇ। ਸਾਥ ਨਾ ਚਾਲੇ ਬਿਨ ਭਜਨ। ਭਜਨ ਦਾ ਮਤਲਬ ਰੱਬ ਦੀ ਯਾਦ, ਰੱਬ ਦੇ ਗੁਣ। ਆਤਮਕ ਜੀਵਨ ਵਿੱਚ ਕੋਈ ਚੀਜ਼ ਸਾਥ ਨਹੀਂ ਦਿੰਦੀ ਰੱਬ ਦੇ ਭਜਨ ਤੋਂ ਬਿਨਾ, ਰੱਬੀ ਗੁਣਾਂ ਤੋਂ ਬਿਨਾ, ਰੱਬੀ ਯਾਦ ਤੋਂ ਬਿਨਾ। ਵਿਖਿਆ ਸਗਲੀ ਛਾਰ। ਵਿਖਿਆ ਦਾ ਮਤਲਬ ਮਾਇਆ, ਜ਼ਹਿਰ। ਛਾਰ ਦਾ ਮਤਲਬ ਸਵਾ, ਬੇਕਾਰ, ਵਿਅਰਥ। ਜਿਹੜੀ ਵਿਖਿਆ ਹੈ, ਆਤਮਕ ਮੌਤ ਲਿਆਉਣ ਵਾਲੇ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੇਸ਼, ਲੜਾਈ, ਦੰਗੇ, ਫਸਾਦ, ਇਹ ਸਾਰੇ ਆਤਮਕ ਮੌਤ ਲਿਆਉਣ ਵਾਲੇ ਨੇ ਔਰ ਇਹ ਸਵਾ ਵਰਗੇ ਨਿਕੰਮੇ ਨੇ। ਇਹਨਾਂ ਨੂੰ ਸਵਾ ਵਰਗੇ ਨਿਕੰਮੇ ਸਮਝ ਕੇ ਛੱਡਣਾ ਚਾਹੀਦਾ ਹੈ। ਇਹ ਸਾਡੇ ਜੀਵਨ ਨੂੰ ਹੀ ਸਵਾ ਕਰ ਦੇਣਗੇ, ਇਹ ਸਾਡੇ ਸਿਰ 'ਚ ਵੀ ਸਵਾ ਪਵਾਉਣਗੇ। ਕਹਿੰਦੇ ਨਾ ਫਲਾਂ ਬੰਦੇ ਨੇ ਸਿਰ 'ਚ ਸਵਾ ਪਵਾ ਲਈ। ਹੁਣ ਸਵਾ ਦਾ ਮਤਲਬ ਇਹ ਨਹੀਂ ਕਿ ਚੁੱਲ੍ਹੇ ਦੇ ਵਿੱਚੋਂ ਸਵਾ ਪਾਈ ਹੁੰਦੀ ਹੈ, ਇਹਦਾ ਮਤਲਬ ਉਹਨੇ ਕੋਈ ਐਸਾ ਕਰਮ ਕਰ ਲਿਆ ਹੁੰਦਾ ਜਿਸ ਕਰਕੇ ਉਹਨੂੰ ਨਮੋਸ਼ੀ ਹੁੰਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਆਤਮਕ ਮੌਤ ਲਿਆਉਣ ਵਾਲੇ ਜਿੰਨੇ ਵੀ ਵਿਕਾਰ ਨੇ, ਇਹ ਸਾਰੇ ਰਾਖ ਦੀ ਤਰ੍ਹਾਂ ਬੇਕਾਰ ਨੇ। ਜੀਵਨ ਦੇ ਅੰਦਰ ਜੋ ਆਤਮਕ ਜੀਵਨ ਹੈ, ਰੱਬੀ ਗੁਣਾਂ ਤੋਂ ਬਿਨਾ ਆਤਮਕ ਜੀਵਨ ਵਿੱਚ ਸਾਥ ਕੁਛ ਨਹੀਂ ਦਿੰਦਾ, ਨਾਲ ਕੋਈ ਨਹੀਂ ਚੱਲਦਾ। ਇਸ ਲਈ ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ। ਕਮਾਵਨਾ ਤੇ ਵਿਸ਼ਰਾਮ ਲਗਾਵਾਂਗੇ, ਨਾਨਕ ਤੇ ਫਿਰ ਥੋੜਾ ਰੁਕਾਂਗੇ, ਅੱਗੇ ਪੜਾਂਗੇ। ਇਹ ਧਨ ਸਾਰ, ਦਾ ਉਚਾਰਨ ਸਾਰਾ ਇੰਜ ਹੋਏਗਾ, ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ। ਹਰ ਹਰ ਨਾਮ ਕਮਾਵਨਾ। ਹੁਣ ਕਮਾਵਨ ਦਾ ਮਤਲਬ ਹੈ ਕਮਾਈ ਕਰਨਾ, ਜਮਾ ਕਰਨਾ, ਰੱਬੀ ਗੁਣਾਂ ਦਾ ਅਭਿਆਸ ਕਰਨਾ। ਹਰ ਹਰ ਨਾਮ, ਨਾਮ ਦਾ ਮਤਲਬ ਹੁਕਮ, ਕਮਾਵਨਾ ਦਾ ਮਤਲਬ ਕਮਾਣਾ, ਇਕੱਠਾ ਕਰਨਾ, ਯਾਨੀ ਰੱਬੀ ਗੁਣਾਂ ਦਾ ਚਿੰਤਨ ਕਰਨਾ, ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀਣੀ, ਰੱਬ ਦੇ ਗੁਣਾਂ ਨੂੰ ਸੰਚਣਾ, ਰੱਬੀ ਰਜਾ ਵਿੱਚ ਤੁਰ ਕੇ ਸਤ ਸੰਤੋਖ ਆਦਿਕ ਗੁਣਾਂ ਦੇ ਧਾਰਨੀ ਹੋਣਾ। ਇਹ ਧਨ ਸਾਰ ਗੁਰੂ ਜੀ ਕਹਿੰਦੇ ਨੇ ਇਹ ਧਨ ਸ੍ਰੇਸ਼ਟ ਹੈ, ਸਭ ਤੋਂ ਚੰਗਾ ਧਨ ਹੈ। ਇਹ ਨਾਲ ਨਿਭਦਾ ਹੈ। ਧਨ ਕਿਹੜਾ ਚੰਗਾ ਹੈ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਇਹ ਜਿਹੜਾ ਧਨ ਹੈ ਨਾ ਗੁਣਾਂ ਦਾ, ਇਹ ਸ੍ਰੇਸ਼ਟ ਧਨ ਹੈ। ਇਹ ਇਕੱਠਾ ਕਰਨਾ ਚਾਹੀਦਾ ਹੈ। ਹੁਣ ਦੇਖੋ ਧਨ ਹੈ ਜਿਹੜਾ ਮਰਜ਼ੀ ਇਕੱਠਾ ਕਰ ਲੋ, ਚਾਹੇ ਝੂਠ ਫਰੇਬ ਦਾ ਕਰ ਲੋ, ਈਰਖਾ ਦਵੇਸ਼ ਵੈਰ ਵਿਰੋਧ ਦਾ ਕਰ ਲੋ, ਉਹ ਇਕੱਠਾ ਹੋਈ ਜਾਣਾ। ਤੇ ਚਾਹੋ ਤੇ ਸਤ ਸੰਤੋਖ ਦਾ ਧਨ ਇਕੱਠਾ ਕਰ ਲੋ, ਉਹ ਇਕੱਠਾ ਹੋਈ ਜਾਣਾ।
ਚਾਹੋ ਤਾਂ ਝੂਠ ਬੋਲ ਬੋਲ ਕੇ, ਵਿਕਾਰ ਕਮਾ ਕੇ ਆਪਣੇ ਜੀਵਨ ਨੂੰ ਨਰਕ ਬਣਾ ਲਓ, ਚਾਹੋ ਤਾਂ ਚੰਗੇ ਕੰਮ ਕਰਕੇ ਆਪਣੇ ਜੀਵਨ ਨੂੰ ਸਵਰਗ ਬਣਾ ਲਓ। ਇਹ ਚੁਆਇਸ ਸਾਡੀ ਆਪਣੀ ਹੈ। ਤਾਂ ਗੁਰੂ ਜੀ ਸਾਨੂੰ ਦੱਸ ਰਹੇ ਨੇ ਪਿਆਰਿਓ, ਜੋ ਰੱਬੀ ਗੁਣ ਨੇ ਉਹ ਧਨ ਇਕੱਠਾ ਕਰਨਾ ਸਭ ਤੋਂ ਸ੍ਰੇਸ਼ਟ ਧਨ ਹੈ, ਔਰ ਇਹ ਸਾਨੂੰ ਆਤਮਿਕ ਜੀਵਨ ਦੇਣ ਵਾਲਾ ਹੈ। ਸੰਤ ਜਨਾ ਮਿਲ ਕਰੋ ਵਿਚਾਰ, ਮਿਲ ਤੇ ਵਿਸ਼ਰਾਮ ਲਗਾਵਾਂਗੇ। ਸੰਤ ਜਨਾ ਮਿਲ ਕਰੋ ਵਿਚਾਰ। ਸੰਤ ਜਨਾਂ ਦਾ ਮਤਲਬ ਜੋ ਸ਼ਾਂਤ ਪੁਰਸ਼ ਨੇ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਸਚਿਆਰ ਨੇ, ਜਿਨ੍ਹਾਂ ਨੂੰ ਜਪਜੀ ਸਾਹਿਬ ਵਿੱਚ ਪੰਚ ਵੀ ਕਿਹਾ ਹੈ, ਜਿਨ੍ਹਾਂ ਨੂੰ ਗੁਰੂ ਜੀ ਗੁਰਮੁਖ ਵੀ ਕਹਿੰਦੇ ਨੇ, ਸਿੱਖ ਵੀ ਕਹਿੰਦੇ ਨੇ, ਸਿੱਖੜਾ ਕਹਿੰਦੇ ਨੇ, ਗੁਰਸਿੱਖੜਾ ਕਹਿੰਦੇ ਨੇ, ਯਾਨੀ ਜੋ ਸਚਿਆਰ ਨੇ, ਜੋ ਮਨ ਵਚਨ ਕਰਮ ਕਰਕੇ ਸੱਚੇ ਨੇ, ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਉਹਨਾਂ ਨਾਲ ਮਿਲ ਕੇ ਵਿਚਾਰ ਕਰੋ। ਇੱਥੇ ਸੰਤ ਦੇ ਨਾਲ ਮਿਲ ਕਰੋ ਵਿਚਾਰ ਦਾ ਇਹ ਨਹੀਂ ਵੀ ਕਿਸੇ ਬਾਬੇ ਦੇ ਨਾਲ, ਕਿਸੇ ਚੋਲੇ ਵਾਲੇ ਬਾਬੇ ਨਾਲ ਜਾ ਕੇ ਵਿਚਾਰ ਕਰੋ, ਉਹ ਨਹੀਂ। ਕਿਸੇ ਬੰਦੇ ਦੇ ਨਾਲ, ਪਹਿਨਾਵੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਸਚਿਆਰ ਇਨਸਾਨ ਜਿਹੜੇ ਨੇ ਉਹਨਾਂ ਨਾਲ ਮਿਲੋ, ਉਹਨਾਂ ਦੀ ਸੰਗਤ ਕਰੋ ਤੇ ਰੱਬੀ ਗੁਣਾਂ ਦਾ ਵਿਚਾਰ ਕਰੋ। ਸੰਤ ਦੇ ਨਾਲ ਮਿਲ ਕਰੋ ਵਿਚਾਰ। ਏਕ ਸਿਮਰ ਨਾਮ ਆਧਾਰ। ਨਾਮ ਦਾ ਮਤਲਬ ਹੁਕਮ, ਆਧਾਰ ਦਾ ਮਤਲਬ ਆਸਰਾ। ਏਕ ਸਿਮਰ, ਇੱਕ ਪ੍ਰਭੂ ਨੂੰ ਸਿਮਰੋ। ਸਿਮਰੋ ਦਾ ਮਤਲਬ ਯਾਦ ਰੱਖੋ। ਸਿਮਰਨ ਦਾ ਮਤਲਬ ਯਾਦ, ਇੱਕ ਰੱਬ ਨੂੰ ਯਾਦ ਰੱਖੋ। ਹੁਣ ਸਾਡੀ ਯਾਦ ਵਿੱਚ ਕੀ ਹੈ? ਦੇਖੋ, ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਸਾਡੀ ਯਾਦ ਵਿੱਚ ਕੀ ਹੈ? ਜੋ ਸਾਡੀ ਯਾਦ ਵਿੱਚ ਹੋਏਗਾ ਉਹ ਅਸੀਂ ਬੋਲਾਂਗੇ, ਉਹ ਕੁਝ ਅਸੀਂ ਕਰਾਂਗੇ। ਅਸੀਂ ਜੇ ਝੂਠ ਬੋਲਦੇ ਹਾਂ ਤਾਂ ਇਹਦਾ ਮਤਲਬ ਸਾਡੀ ਯਾਦ ਵਿੱਚ ਝੂਠ ਹੈ। ਜੇ ਹੰਕਾਰ ਭਰੇ ਬੋਲ ਬੋਲ ਰਹੇ ਹਾਂ ਤਾਂ ਇਟ ਮੀਨਸ ਸਾਡੀ ਯਾਦ ਦੇ ਵਿੱਚ ਹੰਕਾਰ ਹੈ, ਈਰਖਾ ਹੈ। ਇਸ ਲਈ ਆਪਣੀ ਯਾਦ ਦੇ ਅੰਦਰ ਸ਼ੁਭ ਗੁਣਾਂ ਨੂੰ ਟਿਕਾਓ, ਇੱਕ ਨੂੰ ਟਿਕਾਓ। ਜਿਹਦੀ ਯਾਦ ਦੇ ਵਿੱਚ ਇੱਕ ਹੈ ਉਹ ਅੰਦਰੋਂ ਬਾਹਰੋਂ ਇੱਕ ਹੋਏਗਾ, ਉਹਦਾ ਵਿਹਾਰ ਸਾਰਿਆਂ ਦੇ ਨਾਲ ਇੱਕ ਹੋਏਗਾ, ਉਹ ਇੱਕ ਰੂਪ ਦੇ ਅੰਦਰ ਇਸ ਸਾਰੇ ਸੰਸਾਰ ਨੂੰ ਵੇਖੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਉਸ ਇੱਕ ਰੱਬ ਨੂੰ ਦੇ ਗੁਣਾਂ ਨੂੰ ਯਾਦ ਰੱਖੋ। ਨਾਮ ਆਧਾਰ ਤੇ ਰੱਬ ਦਾ ਜੋ ਹੁਕਮ ਹੈ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਓ। ਨਾਮ ਦਾ ਮਤਲਬ ਹੁਕਮ, ਹੁਕਮ ਰਜ਼ਾ ਭਾਣਾ, ਮਤਲਬ ਸਿਸਟਮ, ਲਾ ਆਫ ਨੇਚਰ। ਰੱਬੀ ਰਜਾ ਦੇ ਅੰਦਰ, ਭਾਣੇ ਦੇ ਅੰਦਰ ਜ਼ਿੰਦਗੀ ਜੀਵੋ, ਇਹਨੂੰ ਆਧਾਰ ਬਣਾਓ। ਜਦੋਂ ਹੁਕਮ ਨੂੰ ਆਧਾਰ ਬਣਾਓਗੇ ਤਾਂ ਜੀਵਨ ਵਿੱਚ ਕਾਮਯਾਬੀ ਹੋਏਗੀ। ਕਿਸੇ ਵੀ ਜੀਵਨ ਦੇ ਪੱਖ ਵਿੱਚ ਕਾਮਯਾਬ ਹੋਣ ਵਾਸਤੇ ਉਹਦੇ ਨਿਯਮ ਨੇ ਨਾ, ਹਰ ਕੰਮ ਦੇ ਨਿਯਮ ਨੇ। ਉਹਨਾਂ ਨਿਯਮਾਂ ਨੂੰ ਫੋਲੋ ਕਰੋਗੇ ਤਾਂ ਜ਼ਿੰਦਗੀ ਅੰਦਰ ਕਾਮਯਾਬੀ ਹੋਏਗੀ। ਇਸ ਲਈ ਇੱਕ ਰੱਬ ਨੂੰ ਯਾਦ ਰੱਖੋ ਔਰ ਇੱਕ ਪ੍ਰਭੂ ਦੇ ਹੁਕਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ, ਆਪਣੀ ਸੋਚ ਦਾ ਬੇਸ ਬਣਾਓ। ਅਵਰ ਉਪਾਵ ਸਭ ਮੀਤ ਵਿਸਾਰਹੁ। ਅਵਰ ਉਪਾਵ ਸਭ ਮੀਤ ਵਿਸਾਰਹੁ। ਅਵਰ ਉਪਾਵ ਦਾ ਮਤਲਬ ਹੀਲੇ, ਮੀਤ ਦਾ ਮਤਲਬ ਹੈ ਮਿੱਤਰ, ਵਿਸਾਰੋ ਦਾ ਮਤਲਬ ਭੁਲਾ ਦਿਓ, ਛੱਡ ਦਿਓ, ਭੁੱਲ ਜਾਓ ਉਹਨਾਂ ਨੂੰ। ਅਵਰ ਉਪਾਵ ਜਿੰਨੇ ਵੀ ਹੋਰ ਹੀਲੇ ਵਸੀਲੇ ਨੇ ਸਾਰੇ ਭੁੱਲ ਜਾਓ। ਅਸੀਂ ਕਹਿੰਦੇ ਨੇ ਕਿ ਫਲਾਂ ਜਗ੍ਹਾ ਤੇ ਕਈ ਸਾਨੂੰ ਸਲਾਹ ਦਿੰਦੇ ਨੇ ਉਹ ਚੀਜ਼ ਨੂੰ ਤੇ ਭੁੱਲ ਜਾ ਸਦਨਾ, ਹੁਣ ਛੱਡ ਦੇ, ਭੁੱਲ ਜਾ ਕਿ ਤੈਨੂੰ ਉਸ ਚੀਜ਼ ਦੇ ਵਿੱਚੋਂ ਸੁੱਖ ਮਿਲੇਗਾ। ਚੀਜ਼ ਨੂੰ ਭੁੱਲ ਜਾ ਮਤਲਬ ਛੱਡ ਦੇ। ਜਿੰਨੇ ਵੀ ਹੋਰ ਹੀਲੇ ਵਸੀਲੇ ਨੇ ਉਹ ਸਾਰੇ ਛੱਡ ਦਿਓ, ਰੱਬ ਦੇ ਹੁਕਮ ਵਿੱਚ ਤੁਰੋ। ਹੁਕਮ ਤੋਂ ਬਾਹਰ ਜੋ ਵਸੀਲੇ ਨੇ ਸਾਰੇ ਛੱਡ ਦਿਓ, ਉਹਨਾਂ ਦਾ ਕੋਈ ਲਾਭ ਨਹੀਂ ਹੈ। ਹੁਣ ਤੱਕ ਕਰਕੇ ਵੇਖ ਲੈਣਾ, ਤੀਰਥਾਂ ਤੇ ਨਹਾਉਣ ਦੇ ਹੀਲੇ ਕਿੰਨੇ ਕੀਤੇ, ਵਰਤ ਰੱਖਣ ਦੇ, ਨਰਾਤੇ ਰੱਖਣ ਦੇ, ਸਰਾਧ ਕਰਨ ਦੇ, ਜੋਤਾਂ ਜਗਾਉਣ ਦੇ, ਕੁੰਭ ਰੱਖਣ ਦੇ, ਨਾਰੀਅਲ ਨਦੀਆਂ ਵਿੱਚ ਰੋੜਨ ਦੇ, ਸ਼ਨੀ ਗ੍ਰਹਿ ਨੂੰ ਤੇਲ ਪਾਉਣ ਦੇ, ਪੁੰਨ ਦਾਨ ਕਰਨ ਦੇ, ਜਾਂ ਹੋਰ ਕਿੰਨੇ ਸਾਰੇ ਜਪ ਤਪ ਕਰਨ ਦੇ, ਸਮਾਧੀਆਂ ਲਾਉਣ ਦੇ, ਮਾਲਾ ਫੇਰਨ ਦੇ, ਕਿੰਨੇ ਹੀਲੇ ਵਸੀਲੇ ਕੀਤੇ ਨੇ। ਕੋਈ ਬੰਦੇ ਨੇ ਇੱਕ ਕੀਤਾ? ਕਿੰਨੇ ਹੀਲੇ ਵਸੀਲੇ ਗੁਰਬਾਣੀ ਵਿੱਚ ਗਿਣੇ ਨੇ ਗੁਰਦੇਵ ਪਾਤਸ਼ਾਹ ਨੇ। ਪਗ ਉਪੇ ਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ, ਸਿਰਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਰਹੇ ਬਿਬਾਣੀ, ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਇਹ ਸਾਰੇ ਹੀਲੇ ਵਸੀਲੇ ਤੇ ਹਨ। ਗੁਰੂ ਜੀ ਕਹਿੰਦੇ ਨੇ ਨਾ, ਸਾਰੇ ਹੀਲੇ ਵਸੀਲਿਆਂ ਨੂੰ ਤਿਆਗ ਦਿਓ, ਆਤਮਿਕ ਜੀਵਨ ਵਿੱਚ ਸਾਥ ਦੇਣ ਵਾਲੇ ਨਹੀਂ ਹਨ। ਇਹਨਾਂ ਕੰਮਾਂ ਦੇ ਨਾਲ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਪੈਦਾ ਨਹੀਂ ਹੁੰਦੇ। ਰੱਬ ਦੇ ਹੁਕਮ ਨੂੰ ਯਾਦ ਰੱਖੋ, ਸਿਸਟਮ ਨੂੰ ਯਾਦ ਰੱਖੋ, ਰੱਬੀ ਗੁਣਾਂ ਦੇ ਧਾਰਨੀ ਹੋਵੋ।
ਤਾਂ ਜ਼ਿੰਦਗੀ ਦੇ ਅੰਦਰ ਖੁਸ਼ੀ ਆਏਗੀ, ਤਾਂ ਜੀਵਨ ਦੇ ਅੰਦਰ ਖੇੜਾ ਆਏਗਾ। ਚਰਨ ਕਮਲ ਰਿਦ ਮਹਿ ਉਰ ਧਾਰੋ, ਚਰਨ ਕਮਲ ਰਿਦ ਮਹਿ ਉਰ ਧਾਰੋ। ਰਿਦ ਦਾ ਮਤਲਬ ਦਿਲ, ਮਤਲਬ ਸੋਚ। ਜੋ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਨੇ, ਉਹਨਾਂ ਨੂੰ ਹਿਰਦੇ ਵਿੱਚ ਟਿਕਾਓ। ਹੁਣ ਪ੍ਰਭੂ ਦੇ ਚਰਨ ਕਮਲ ਕਿਹੜੇ ਨੇ? ਰੱਬ ਦੇ ਗੁਣ, ਰੱਬੀ ਹੁਕਮ। ਉਰ ਦਾ ਮਤਲਬ ਹਿਰਦਾ, ਯਾਨੀ ਸਾਡੀ ਜੋ ਸੋਚ ਹੈ, ਮੈਂਟੈਲਿਟੀ ਹੈ, ਮਾਨਸਿਕਤਾ ਹੈ, ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਓ। ਜੈਸੀ ਸੋਚ ਹੋਏਗੀ ਨਾ, ਵੈਸਾ ਹੀ ਬੰਦੇ ਦਾ ਜੀਵਨ ਹੋਏਗਾ। ਸੁੱਖ ਜਾਂ ਦੁੱਖ ਇਹ ਸਾਡੀ ਸੋਚ ਦਾ ਨਤੀਜਾ ਨੇ। ਜੇ ਸੋਚ ਚੰਗੀ ਹੈ, ਬੋਲ ਚੰਗੇ ਹੋਣਗੇ, ਵਿਹਾਰ ਚੰਗਾ ਹੋਏਗਾ, ਉਹਦਾ ਨਤੀਜਾ ਵੀ ਚੰਗਾ ਨਿਕਲੇਗਾ। ਜੇ ਸੋਚ ਮਾੜੀ ਹੈ, ਬੋਲ ਮਾੜੇ ਹੋਣਗੇ, ਵਿਹਾਰ ਮਾੜਾ ਹੋਏਗਾ, ਨਤੀਜਾ ਵੀ ਮਾੜਾ ਨਿਕਲੇਗਾ। ਇਸ ਲਈ ਚਰਨ ਕਮਲ ਦਾ ਮਤਲਬ ਰੱਬ ਦੇ ਜੋ ਗੁਣ ਨੇ, ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰੋ। ਕਰਨ ਕਾਰਨ ਸੋ ਪ੍ਰਭ ਸਮਰੱਥ। ਉਹ ਪ੍ਰਭੂ ਕਰਨ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਰੱਖਣ ਵਾਲਾ ਹੈ। ਸਭ ਕੁਝ ਕਰਨ ਔਰ ਜੀਵਾਂ ਪਾਸੋਂ ਸਭ ਕੁਝ ਕਰਾਉਣ ਦੀ ਤਾਕਤ ਰੱਖਦਾ ਹੈ। ਸਾਰੇ ਕੰਮ ਕਰਨ ਦੇ ਲਾਇਕ ਹੈ। ਯਾਨੀ ਸਾਰੀ ਪੰਕਤੀ ਦਾ ਭਾਵ ਹੋਏਗਾ ਕਿ ਉਹ ਸਰਬ ਸ਼ਕਤੀਮਾਨ ਹੈ। ਕਰਨ ਕਾਰਨ ਸੋ ਪ੍ਰਭ ਸਮਰੱਥ, ਯਾਨੀ ਕੋਈ ਐਸਾ ਕੰਮ ਨਹੀਂ ਜਿਹੜਾ ਰੱਬ ਨਹੀਂ ਕਰ ਸਕਦਾ। ਕੋਈ ਐਸਾ ਕੰਮ ਨਹੀਂ, ਯਾਨੀ ਸਰਬ ਸ਼ਕਤੀਮਾਨ ਹੈ। ਤੇ ਦੇਖੋ ਇਥੋਂ ਕਿੰਨੀ ਪੋਜ਼ਿਟਿਵਿਟੀ ਮਿਲੇਗੀ ਕਿ ਜਿਹੜਾ ਸਰਬ ਸ਼ਕਤੀਮਾਨ ਹੈ, ਸਾਰੇ ਕਰਮ ਕਰ ਸਕਦਾ ਹੈ, ਕਰਾ ਸਕਦਾ ਹੈ, ਉਹ ਵਸਦਾ ਕਿੱਥੇ ਹੈ? ਸਾਡੇ ਸਾਰਿਆਂ ਦੇ ਅੰਦਰ ਨਾ। ਤੇ ਅਸੀਂ ਕੌਣ ਆ? ਮਨ, ਤੂੰ ਜੋਤ ਸਰੂਪ ਹੈ। ਜੋਤ ਸਰੂਪ ਰੱਬ ਦੀ ਤੇ ਅੰਸ਼ ਆ ਉਹਦਾ ਹੀ ਤੇ ਅਸੀਂ ਰੂਪ ਆ। ਇਹਦਾ ਮਤਲਬ ਇਸ ਦੁਨੀਆ ਵਿੱਚ ਇੰਪੋਸੀਬਲ ਕੁਝ ਨਹੀਂ ਹੈ, ਪੋਸੀਬਲ ਹੈ। ਤੂੰ ਸਾਰਾ ਕੁਝ ਕਰ ਸਕਦਾ ਹੈ, ਤੂੰ ਚੰਗਾ ਹੋ ਸਕਦਾ ਹੈ, ਮਹਾਨ ਹੋ ਸਕਦਾ ਹੈ। ਅਸੀਂ ਆਮ ਕਹਿ ਦਿੰਦੇ ਹਾਂ ਸਾਡੇ ਤੋਂ ਚੰਗਾ ਨਹੀਂ ਬਣਿਆ ਜਾਣਾ, ਸਾਡੇ ਤੋਂ ਰਹਿਤ ਨਹੀਂ ਰੱਖੀ ਜਾਣੀ, ਚੰਗੀ ਜ਼ਿੰਦਗੀ ਜੀਣੀ ਬੜੀ ਔਖੀ ਹੈ। ਕਿੱਥੇ ਜੀ, ਇਹ ਤੇ ਸਾਰੀਆਂ ਹਵਾਈ ਗੱਲਾਂ ਨੇ, ਐਵੇਂ ਨਹੀਂ ਹੋ ਸਕਦਾ। ਹੋ ਕਿਉਂ ਨਹੀਂ ਸਕਦਾ? ਜਦੋਂ ਸਰਬ ਸ਼ਕਤੀਮਾਨ ਰੱਬ ਤੁਹਾਡੇ ਅੰਦਰ ਹੈ, ਤੁਸੀਂ ਉਹਦਾ ਰੂਪ ਹੋ, ਉਹਦਾ ਹੁਕਮ ਦੁਨੀਆ ਵਿੱਚ ਵਰਤ ਰਿਹਾ ਹੈ, ਤਾਂ ਜਦੋਂ ਹੁਕਮ ਨੂੰ ਸਮਝਾਂਗੇ ਤੇ ਸਭ ਕੁਝ ਹੋ ਜਾਏਗਾ। ਜੇ ਕੁਝ ਨਹੀਂ ਹੋਇਆ, ਸਾਡੇ ਭਾਵਨਾ ਤੋਂ ਉਲਟ ਹੋਇਆ ਹੈ, ਤਾਂ ਇਹਦਾ ਮਤਲਬ ਅਸੀਂ ਹੁਕਮ ਤੋਂ ਕੁਝ ਉਲਟ ਕੀਤਾ ਹੈ। ਸਾਡਾ ਰਾਸਤਾ ਠੀਕ ਨਹੀਂ ਸੀ, ਤਾਂ ਸਾਡੀ ਸਮੱਸਿਆ ਹੱਲ ਨਹੀਂ ਹੋਈ। ਜਦੋਂ ਅਸੀਂ ਸਹੀ ਰਾਸਤਾ ਚੁਣਾਂਗੇ, ਸਹੀ ਗੁਣਾਂ ਦੀ ਚੋਣ ਕਰਾਂਗੇ, ਸਹੀ ਸੋਚ ਹੋਏਗੀ, ਸਹੀ ਬੋਲ ਹੋਣਗੇ, ਤਾਂ ਰਿਜ਼ਲਟ ਸਹੀ ਨਿਕਲੇਗਾ। ਤਾਂ ਉਹ ਪ੍ਰਭੂ ਸਰਬ ਸ਼ਕਤੀਮਾਨ ਹੈ, ਕਰਨ ਕਾਰਨ ਸਮਰੱਥ ਹੈ। ਹੁਣ ਜਿਹੜਾ ਸਰਬ ਸ਼ਕਤੀਮਾਨ ਹੋਵੇ, ਹਰਨ ਭਰਨ ਜਾ ਕਾ ਨੇਤਰ ਫੋਰ ਹੋਵੇ, ਤੇ ਉਹਨੂੰ ਛੱਡ ਕੇ ਤੇ ਬੰਦਾ ਇੱਕ ਜੋਤਸ਼ੀ ਦੇ ਪੈਰਾਂ 'ਚ ਬੈਠਾ ਹੋਵੇ, ਤਾਂ ਹੈ ਤਾਂ ਸ਼ਰਮ ਵਾਲੀ ਗੱਲ ਨਾ। ਕਰਨ ਕਾਰਨ ਸਮਰੱਥ ਤੇ ਰੱਬ ਨੂੰ ਕਹਿੰਦਾ ਹੋਵੇ, ਬਾਣੀ ਵਿੱਚ ਤੇ ਪੜਦਾ ਹੋਵੇ ਕਰਨ ਕਾਰਨ ਸੋ ਪ੍ਰਭ ਸਮਰੱਥ, ਤੇ ਜਾ ਕੇ ਬੈਠਾ ਹੋਵੇ ਕਿਸੇ ਬਾਬੇ ਦੇ ਗੋਡਿਆਂ ਮੁੱਢੇ, ਖਲੋਤਾ ਹੋਵੇ ਬੰਦਾ ਕਬਰ ਦੇ ਅੱਗੇ, ਵੀ ਮੰਗਾ ਕਬਰ ਤੋਂ ਮੰਗ ਰਿਹਾ ਹੋਵੇ, ਤੇ ਰੱਬ ਦੇ ਉੱਤੇ ਵਿਸ਼ਵਾਸ ਵਾਲੀ ਫਿਰ ਕਿਹੜੀ ਗੱਲ ਰਹਿ ਗਈ? ਇਹਦਾ ਮਤਲਬ ਰੱਬ ਨਾਲੋਂ ਜ਼ਿਆਦੀ ਵੈਲਿਊ ਅਸੀਂ ਕਬਰ ਦੀ ਸਮਝ ਰਹੇ ਹਾਂ ਕਿ 9 ਗਜਾ ਪੀਰ ਜਿਹੜਾ ਸਾਨੂੰ ਦੇ ਸਕਦਾ ਮੁੰਡਾ, ਇਹ ਸਾਡਾ ਮੁਕਦਮਾ ਜਿਤਾ ਸਕਦਾ ਹੈ। ਇਹਦਾ ਮਤਲਬ ਫਿਰ ਰੱਬ ਤੇ ਕਰਨ ਕਾਰਨ ਸਮਰੱਥ ਨਾ ਹੋਇਆ, ਪੀਰ ਵੱਡਾ ਹੋਇਆ। ਪੀਰ ਕੀ ਰੱਬ ਦੇ ਹੁਕਮ ਨੂੰ ਉਲਟਾ ਸਕਦਾ ਹੈ? ਜਾਂ ਕੋਈ ਬਾਬਾ ਰੱਬ ਦੀ ਰਜ਼ਾ ਨੂੰ ਬਦਲ ਸਕਦਾ ਹੈ? ਨਹੀਂ ਬਦਲ ਸਕਦਾ, ਹਕੀਕਤ ਹੈ। ਤੇ ਫਿਰ ਜਾਣ ਦੀ ਲੋੜ ਕੀ ਹੈ? ਜਿਹੜਾ ਕੰਮ ਕੋਈ ਕਰ ਹੀ ਨਹੀਂ ਸਕਦਾ, ਉਹਦੇ ਕੋਲ ਜਾਣ ਦੀ ਲੋੜ ਕੀ ਹੈ? ਹੁਣ ਮੇਰੇ ਕੋਲ ਤੁਸੀਂ ਆ ਜਾਓ ਕੰਪਿਊਟਰ ਲੈ ਕੇ, ਵੀ ਅਸੀਂ ਆ ਫੋਟੋਸ਼ਾਪ ਦਾ ਕੋਈ ਕੰਮ ਕਰਾਉਣਾ, ਤੇ ਮੈਂ ਫੋਟੋਸ਼ਾਪ ਬਾਰੇ ਜਾਣਦਾ ਹੀ ਨਹੀਂ, ਤੇ ਮੈਂ ਤੁਹਾਨੂੰ ਕਹਾਂ ਵੀ ਵੀਰ ਜਾਂ ਭੈਣ ਵੀ ਫੋਟੋਸ਼ਾਪ ਬਾਰੇ ਮੈਨੂੰ ਤੇ ਪਤਾ ਨਹੀਂ, ਮੈਂ ਤੇ ਫੋਟੋਸ਼ਾਪ ਦਾ ਨਾਮ ਹੀ ਪਹਿਲੇ ਦਿਨ ਸੁਣ ਰਿਹਾ। ਤੇ ਜੇ ਫਿਰ ਕੋਈ ਨਿਕਲਿਆ, ਨਹੀਂ ਜੀ ਤੁਹਾਡੇ ਅੱਗੇ ਹੱਥ ਜੋੜਨੇ ਆ, ਤਰਲੇ ਕਰਨੇ ਆ ਜੀ, ਤੁਹਾਡੀ ਫੀਸ ਦੇ ਦਿਆਂਗੇ ਜੀ, ਤੁਸੀਂ ਕੰਮ ਕਰ ਦਿਓ, ਤੇ ਮੈਂ ਤੇ ਕਹਿਣਾ ਵੀ ਕਰ ਕਿਵੇਂ ਦਿਆਂ, ਮੇਰੇ ਕੋਲ ਹੈ ਹੀ ਨਹੀਂ,
ਪਤਾ ਹੀ ਨਹੀਂ ਹੈ, ਜਦੋਂ ਕਰ ਹੀ ਨਹੀਂ ਸਕਦਾ ਤੇ ਕਿਵੇਂ ਕਰ ਦਿਆਂਗਾ। ਹੁਣ ਜਿਹੜਾ ਕੰਮ ਕੋਈ ਕਰ ਹੀ ਨਹੀਂ ਸਕਦਾ ਉਹ ਕਰ ਕਿਵੇਂ ਦੇਵੇਗਾ? ਉਹਦੇ ਅੱਗੇ ਤਰਲੇ ਕਰਨ ਦਾ ਲਾਭ ਕੀ ਹੈ? ਮੜੀਆਂ ਕਬਰਾਂ ਅੱਗੇ ਬਾਬਿਆਂ ਅੱਗੇ ਮੱਥੇ ਟੇਕਣ ਦਾ ਲਾਭ ਕੀ ਹੈ, ਜਦੋਂ ਹੁਕਮ ਦੇ ਵਿੱਚ ਦਖਲਅੰਦਾਜ਼ੀ ਕਰ ਹੀ ਨਹੀਂ ਸਕਦੇ, ਹੁਕਮ ਨੂੰ ਕੋਈ ਬਦਲ ਹੀ ਨਹੀਂ ਸਕਦਾ, ਤੇ ਫਿਰ ਉੱਥੇ ਤਰਲੇ ਲੈਣਾ ਬੇਵਕੂਫੀ ਹੈ ਨਾ। ਇਸ ਲਈ ਕਰਨ ਕਾਰਨ ਸੋ ਪ੍ਰਭ ਸਮਰੱਥ, ਇਹਨਾਂ ਚੀਜ਼ਾਂ ਤੇ ਵਿਸ਼ਵਾਸ ਬਣਾਉਣ ਦੀ ਲੋੜ ਹੈ। ਦ੍ਰਿੜ ਕਰ ਗਹੋ ਨਾਮ ਹਰ ਵਤ, ਵਤ ਦਾ ਮਤਲਬ ਵਸਤੂ, ਦ੍ਰਿੜ ਕਰ ਗਹੋ, ਕਰ ਦਾ ਮਤਲਬ ਕਰਕੇ, ਦ੍ਰਿੜ ਦਾ ਮਤਲਬ ਪੱਕਾ, ਨਾਮ ਹਰ ਵਤ, ਨਾਮ ਦਾ ਮਤਲਬ ਹੁਕਮ, ਵਤ ਦਾ ਮਤਲਬ ਪਦਾਰਥ। ਜਿਹੜਾ ਨਾਮ ਰੂਪ ਹੁਕਮ ਰੂਪੀ ਸੋਹਣਾ ਪਦਾਰਥ ਹੈ, ਇਹਨੂੰ ਪੱਕਾ ਕਰਕੇ ਫੜ ਲਓ, ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਓ। ਨਾਮ ਹੁਕਮ, ਹੁਕਮ ਤੋਂ ਬਾਹਰ ਕੋਈ ਨਹੀਂ ਹੈ, ਬਾਹਰ ਹੁਕਮ ਨਾ ਕੋਈ, ਕੋਈ ਹੁਕਮ ਤੋਂ ਬਾਹਰ ਨਹੀਂ। ਇਸ ਚੀਜ਼ ਨੂੰ ਪੱਕਾ ਕਰਕੇ ਫੜ ਲਓ, ਆਪਣੇ ਮਨ ਵਿੱਚ ਪੱਕਾ ਵਸਾ ਲਓ, ਫਿਰ ਇਹਦੇ ਤੋਂ ਇਸ ਦੂਜੇ ਪਾਸੇ ਕੋਈ ਬੰਦਾ ਜਾਏਗਾ ਨਹੀਂ। ਜਦੋਂ ਇਹ ਚੀਜ਼ ਪੱਕੀ ਹੋ ਗਈ ਨਾ, ਸਮਝ ਆ ਗਈ ਕਿ ਪ੍ਰਭੂ ਕਰਨ ਕਾਰਨ ਸਮਰੱਥ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਸ ਲਈ ਗੁਰੂ ਜੀ ਕਹਿੰਦੇ ਨੇ ਦ੍ਰਿੜ ਕਰ ਗਹੋ ਨਾਮ ਹਰ ਵਤ, ਰੱਬ ਦੇ ਜਿਹੜੇ ਗੁਣ ਨੇ ਔਰ ਰੱਬੀ ਜੋ ਹੁਕਮ ਹੈ, ਉਹਨਾਂ ਨੂੰ ਦ੍ਰਿੜ ਕਰਕੇ ਪੱਕਿਆਂ ਕਰ ਲਓ, ਉਹਨਾਂ ਨੂੰ ਫੜ ਲਓ, ਪੱਲਾ ਫੜ ਲਓ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ, ਉਹਨਾਂ ਤੇ ਅਮਲ ਕਰੋ। ਇਹ ਤਨ ਸੰਚੋ ਹੋਵੋ ਭਗਵੰਤ, ਭਗਵੰਤ ਦਾ ਮਤਲਬ ਭਾਗਾਂ ਵਾਲੇ, ਸੰਚੋ ਦਾ ਮਤਲਬ ਇਕੱਠਾ ਕਰੋ। ਇਹ ਤਨ ਸੰਚੋ, ਇਹ ਜਿਹੜਾ ਗੁਣਾਂ ਦਾ ਧਨ ਹੈ, ਇਕੱਠਾ ਕਰੋ। ਹੋਵੋ ਭਗਵੰਤ, ਤੇ ਤੁਸੀਂ ਭਾਗਾਂ ਵਾਲੇ ਹੋ ਜਾਓਗੇ। ਦੇਖੋ ਕਿਸਮਤ ਆਪਣੇ ਹੱਥ ਹੋਈ ਨਾ, ਜੇ ਕਿਸਮਤ ਵਾਲੇ ਬਣਨਾ ਹੈ, ਭਾਗਾਂ ਵਾਲੇ ਬਣਨਾ ਹੈ, ਤਾਂ ਉਹਦੇ ਵਾਸਤੇ ਰਿਕੁਆਇਰਮੈਂਟ ਇਹ ਤਨ ਸੰਚੋ ਹੋਵੋ ਭਗਵੰਤ, ਤੇ ਧਨ ਇਕੱਠਾ ਕਰੋ ਗੁਣਾਂ ਦਾ, ਤੁਸੀਂ ਭਾਗਾਂ ਵਾਲੇ ਹੋ ਜਾਓਗੇ, ਭਾਗ ਜਾਗ ਜਾਣਗੇ। ਸਾਡੀ ਸ਼ਬਦਾਵਲੀ ਨਾ, ਫਲਾਣੇ ਦੀ ਕਿਸਮਤ ਜਾਗ ਗਈ, ਭਾਗ ਜਾਗ ਗਏ, ਜਾਂ ਭਾਗਾਂ ਵਾਲਾ ਹੈ, ਖੁਸ਼ੀ ਹੈ, ਖੁਸ਼ਹਾਲ ਹੈ, ਕਿੰਨੇ ਸਾਰੇ ਸ਼ਬਦ ਨੇ। ਤਾਂ ਗੁਰੂ ਜੀ ਕਹਿੰਦੇ ਨੇ ਖੁਸ਼ਹਾਲ ਹੋ ਜਾਓਗੇ, ਭਾਗਾਂ ਵਾਲੇ ਹੋ ਜਾਓਗੇ, ਧਨ ਇਕੱਠਾ ਕਰੋ। ਕਿਹੜਾ ਧਨ? ਗੁਣਾਂ ਦਾ ਧਨ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਇਕੱਠੇ ਕਰੋ, ਇਹਨਾਂ ਨੂੰ ਅਮਲ ਵਿੱਚ ਲਿਆਓ ਤੇ ਭਾਗਾਂ ਵਾਲੇ ਹੋ ਜਾਓ। ਸੰਤ ਜਨਾ ਕਾ ਨਿਰਮਲ ਮੰਤ, ਸੰਤ ਜਨਾ ਕਾ ਨਿਰਮਲ ਮੰਤ। ਸੰਤ ਜਨਾਂ ਦਾ ਮਤਲਬ ਜਿਹੜੇ ਰੱਬ ਦੇ ਦਾਸ ਨੇ, ਜੋ ਸਚਿਆਰ ਨੇ, ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ। ਨਿਰਮਲ ਦਾ ਮਤਲਬ ਪਵਿੱਤਰ, ਮੰਤ ਦਾ ਮਤਲਬ ਉਪਦੇਸ਼, ਸਿੱਖਿਆ। ਇਹ ਰੱਬ ਦੇ ਪਿਆਰਿਆਂ ਦਾ ਨਿਰਮਲ ਉਪਦੇਸ਼ ਹੈ, ਰੱਬ ਦੇ ਪਿਆਰਿਆਂ ਦੀ ਇਹ ਪਰਮ ਸਿੱਖਿਆ ਹੈ, ਜੋ ਰਜ਼ਾ ਵਿੱਚ ਤੁਰਨ ਵਾਲੇ ਨੇ। ਕਿਹੜੀ ਸਿੱਖਿਆ? ਕਿ ਗੁਣਾਂ ਦੇ ਧਨ ਨੂੰ ਇਕੱਠਿਆਂ ਕਰੋ, ਰੱਬੀ ਰਜ਼ਾ ਦੇ ਵਿੱਚ ਤੁਰੋ। ਇਹੀ ਉਪਦੇਸ਼ ਹੈ ਰੱਬ ਦੇ ਪਿਆਰਿਆਂ ਦਾ। ਉਹਨਾਂ ਨੇ ਰੱਬੀ ਰਜ਼ਾ ਦੇ ਵਿੱਚ ਤੁਰ ਕੇ ਹੀ ਇਹ ਮਹਾਨਤਾ ਪ੍ਰਾਪਤ ਕੀਤੀ ਹੈ। ਏਕ ਆਸ ਰੱਖੋ ਮਨ ਮਾਹੇ, ਆਪਣੇ ਮਨ ਦੇ ਅੰਦਰ ਸਿਰਫ ਇੱਕ ਆਸ ਰੱਖੋ ਰੱਬ ਦੀ, ਹੋਰ ਕੋਈ ਆਸ ਨਹੀਂ। ਆਸ ਦਾ ਮਤਲਬ ਇੱਥੇ ਹੈ ਆਧਾਰ, ਆਸਰਾ, ਇੱਕ ਰੱਬ ਦਾ ਆਸਰਾ, ਰੱਬ ਦੇ ਹੁਕਮ ਦਾ ਆਸਰਾ, ਰੱਬੀ ਗੁਣਾਂ ਦਾ ਆਸਰਾ, ਜਿਹਦੇ ਆਸਰੇ ਅਸਾਂ ਤੁਰਨਾ ਹੈ, ਜ਼ਿੰਦਗੀ ਗੁਜ਼ਾਰਨੀ ਹੈ। ਸਾਡੀ ਜ਼ਿੰਦਗੀ ਦਾ ਬੇਸ, ਸਾਡੇ ਜੀਵਨ ਦਾ ਆਧਾਰ ਰੱਬੀ ਗੁਣ, ਰੱਬ ਦਾ ਹੁਕਮ ਹੋਵੇ, ਉਸ ਆਧਾਰ ਦੇ ਉੱਤੇ ਜੀਵਨ ਦੀ ਉਸਾਰੀ ਹੋਵੇ। ਫਿਰ ਕੀ ਹੋਏਗਾ? ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਆਸ ਦਾ ਮਤਲਬ ਆਸਰਾ, ਆਧਾਰ, ਜਿਹਦੇ ਆਸਰੇ ਜ਼ਿੰਦਗੀ ਜੀਣੀ ਹੈ। ਜਿਵੇਂ ਇੱਕ ਨਿੱਕਾ ਬੱਚਾ ਆਪਣੇ ਮਾਂ-ਬਾਪ ਦਾ ਹੱਥ ਫੜ ਕੇ ਤੁਰਦਾ ਹੈ, ਜਿਵੇਂ ਇੱਕ ਅੰਧੇ ਬੰਦੇ ਨੂੰ ਹੱਥ ਫੜਾ ਕੇ ਤੋਰੀਏ ਤਾਂ ਉਹ ਸਹੀ ਮਾਰਗ ਤੇ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਰੱਬੀ ਗੁਣਾਂ ਦਾ ਆਸਰਾ, ਇੱਕ ਰੱਬ ਦਾ ਆਸਰਾ, ਰੱਬ ਦੇ ਗੁਣਾਂ ਦਾ ਆਧਾਰ, ਸਹਾਰਾ, ਰੱਬੀ ਗੁਣਾਂ ਦੇ ਸਹਾਰੇ ਜ਼ਿੰਦਗੀ ਜੀਣੀ ਹੈ। ਸਤ, ਸੰਤੋਖ, ਦਇਆ ਦੇ ਸਹਾਰੇ ਜ਼ਿੰਦਗੀ ਜੀਣੀ ਹੈ, ਵਿਕਾਰਾਂ ਦੇ ਆਧਾਰ ਤੇ ਨਹੀਂ। ਫਿਰ ਕੀ ਹੋਏਗਾ? ਜਦੋਂ ਇੱਕ ਦਾ ਆਸਰਾ ਮਨ ਵਿੱਚ ਰੱਖੋਗੇ, ਯਾਨੀ ਗੁਣਾਂ ਦਾ ਆਸਰਾ ਲਓਗੇ, ਗੁਣਾਂ ਦੇ ਸਹਾਰੇ ਜ਼ਿੰਦਗੀ ਜੀਵੋਗੇ, ਫਿਰ ਕੀ ਹੋਏਗਾ? ਸਰਬ ਰੋਗ ਨਾਨਕ
ਮਿਟ ਜਾਹੇ। ਸਰਬ ਰੋਗ ਤੇ ਵਿਸਰਾਮ ਲਗਾਵਾਂਗੇ ਨਾਨਕ, ਤੇ ਫਿਰ ਥੋੜਾ ਜਿਹਾ ਰੁਕਾਂਗੇ। ਸਰਬ ਰੋਗ ਨਾਨਕ ਮਿਟ ਜਾਹੇ, हे ਨਾਨਕ ਇਸ ਤਰ੍ਹਾਂ ਸਾਰੇ ਰੋਗ ਮਿਟ ਜਾਣਗੇ, ਸਾਰੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ, ਤੰਦਰੁਸਤ ਹੋ ਜਾਓਗੇ। ਕਿਹੜੇ ਰੋਗ ਨੇ? ਹੁਣ ਈਰਖਾ ਦਵੇਸ਼ ਰੋਗ ਹੈ ਨਾ, ਮੇਰ ਤੇ ਰੋਗ ਹੈ, ਹਉਮੈ ਦਾ ਰੋਗ ਹੈ, ਕਾਮ ਕ੍ਰੋਧ ਰੋਗ ਨੇ, ਜਿਨ੍ਹਾਂ ਨੇ ਮਨੁੱਖ ਨੂੰ ਰੋਗੀ ਕੀਤਾ ਹੋਇਆ ਹੈ। ਮਨੁੱਖਤਾ ਰੋਗੀ ਹੋਈ ਪਈ ਹੈ, ਸੰਸਾਰ ਰੋਗੀ ਹੋਇਆ ਪਿਆ ਹੈ, ਔਰ ਮਨੁੱਖਤਾ ਇਹਨਾਂ ਰੋਗਾਂ ਦੇ ਨਾਲ ਮਰ ਰਹੀ ਹੈ, ਦਮ ਤੋੜ ਰਹੀ ਹੈ। ਕਿਤੇ ਕਾਮ ਦੇ ਅੰਦਰ ਅੰਧਾ ਹੋਇਆ ਇਨਸਾਨ ਕੁਝ ਐਸਾ ਕਰ ਦਿੰਦਾ ਹੈ ਜਿਸ ਨਾਲ ਮਨੁੱਖਤਾ ਸ਼ਰਮਸਾਰ ਹੋ ਜਾਂਦੀ ਹੈ, ਤੇ ਕਿਤੇ ਕ੍ਰੋਧ ਦੇ ਅੰਦਰ ਅੰਨਾ ਹੋਇਆ ਇਨਸਾਨ ਐਸਾ ਕੁਝ ਕਰ ਜਾਂਦਾ ਹੈ, ਤੇ ਕਿਤੇ ਜਿਹੜਾ ਹੈ ਆਪਣਾ ਲੋਭ ਦੇ ਅੰਦਰ ਅੰਨਾ ਹੋਇਆ ਬੰਦਾ ਕਿੰਨਾ ਕੁਛ ਕਰ ਦਿੰਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਸਾਰੇ ਰੋਗ ਮਿਟ ਜਾਣਗੇ ਜਦੋਂ ਰੱਬੀ ਗੁਣਾਂ ਦੇ ਧਾਰਨੀ ਹੋ ਗਏ। ਸੰਸਾਰ ਪਾਪਾਂ ਤੋਂ ਮੁਕਤ ਹੋ ਸਕਦਾ ਹੈ, ਰੋਗ ਮੁਕਤ ਹੋ ਸਕਦਾ ਹੈ, ਔਰ ਇਹ ਸਾਰਾ ਅਸਾਂ ਕਰਨਾ ਹੈ। ਇਹ ਮੇਰੀ ਔਰ ਤੁਹਾਡੀ ਜ਼ਿੰਮੇਵਾਰੀ ਹੈ, ਇਹ ਸਾਡਾ ਫਰਜ਼ ਵੀ ਹੈ, ਸਾਡਾ ਹੱਕ ਵੀ ਹੈ, ਕਿਉਂਕਿ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਬਾਣੀ ਪੜ੍ਹ ਰਹੇ ਹਾਂ, ਬਾਣੀ ਵਿਚਾਰ ਰਹੇ ਹਾਂ। ਤਾਂ ਜਿਹੜੇ ਬਾਣੀ ਨਾਲ ਨਹੀਂ ਜੁੜੇ, ਪੜ੍ਹਦੇ ਵਿਚਾਰਦੇ ਨਹੀਂ, ਉਹਨਾਂ ਦੀ ਸਮੱਸਿਆ ਤੇ ਹੋ ਸਕਦੀ ਹੈ ਕਿ ਉਹਨਾਂ ਨੂੰ ਪਤਾ ਨਹੀਂ, ਪਰ ਸਾਡੀ ਹੁਣ ਸਮੱਸਿਆ ਤਾਂ ਨਹੀਂ ਨਾ, ਅਸੀਂ ਤਾਂ ਪੜ੍ਹ ਰਹੇ ਹਾਂ, ਅਸੀਂ ਤਾਂ ਸਮਝ ਰਹੇ ਹਾਂ, ਅਸੀਂ ਜੀਵਨ ਜਾਚ ਸਿੱਖ ਰਹੇ ਹਾਂ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪ ਵੀ ਅਮਲ ਕਰੀਏ ਔਰ ਅਸੀਂ ਦੂਜਿਆਂ ਨੂੰ ਵੀ ਪ੍ਰੇਰਨਾ ਦੇਈਏ। ਅਸੀਂ ਕਿਸੇ ਤੇ ਆਪਣੇ ਵਿਚਾਰ ਥੋਪਣੇ ਨਹੀਂ, ਪ੍ਰੇਰਨਾ ਦੇਣੀ ਹੈ। ਜਿਹੜਾ ਬੰਦਾ ਚਾਹੇਗਾ ਖੁਸ਼ ਹੋਣਾ, ਪ੍ਰਸੰਨ ਹੋਣਾ, ਆਨੰਦ ਚਿਤ ਰਹਿਣਾ, ਰੱਬ ਦੀ ਰਜ਼ਾ ਮੁਤਾਬਕ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨਾ, ਤਾਂ ਉਹਦਾ ਭਲਾ ਹੋ ਜਾਏਗਾ। ਜਿਸ ਧਨ ਕੋ ਚਾਰ ਕੁੰਟ ਉਠ ਧਾਵਹਿ, ਧਾਵਹਿ ਦਾ ਮਤਲਬ ਤੂੰ ਦੌੜਦਾ ਹੈ। ਜਿਹੜੇ ਧਨ ਦੀ ਖਾਤਰ ਤੂੰ ਚਾਰਾਂ ਪਾਸਿਆਂ ਵੱਲ ਦੌੜਦਾ ਹੈ, ਹੁਣ ਉਹ ਧਨ ਕਿਹੜਾ ਹੈ ਜਿਹਦੇ ਵਾਸਤੇ ਅਸੀਂ ਦੌੜਦੇ ਫਿਰਦੇ ਹਾਂ? ਦੇਖੋ, ਤਿੰਨ ਚੀਜ਼ਾਂ ਨੇ, ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ। ਸਾਂਝੀਆਂ ਮੰਗਾਂ ਨੇ ਮੋਟੀਆਂ ਮੋਟੀਆਂ, ਰੋਟੀ ਕੱਪੜੇ ਮਕਾਨ ਦੀਆਂ ਲੋੜਾਂ ਤੋਂ ਉੱਤੇ ਜੋ ਨੇ, ਕਿ ਮੈਨੂੰ ਸੁੱਖ ਮਿਲੇ, ਇਹ ਸਾਰਾ ਕੁਛ ਦੇ ਵਿੱਚ ਹੀ ਆ ਜਾਏਗਾ। ਰੋਟੀ ਕੱਪੜਾ ਮਕਾਨ ਵੀ ਸੁੱਖ ਦੇ ਵਿੱਚ ਆ ਜਾਣਗੇ। ਸਭ ਤੋਂ ਹਰ ਬੰਦਾ ਚਾਹੁੰਦਾ ਹੈ ਮੈਨੂੰ ਸੁੱਖ ਮਿਲੇ, ਸਰੀਰਕ, ਮਾਨਸਿਕ, ਬੌਧਿਕ ਵਗੈਰਾ। ਦੂਜੀ ਮੰਗ ਬੰਦੇ ਦੀ ਹੈ ਕਿ ਮੈਨੂੰ ਆਦਰ ਮਾਣ ਮਿਲੇ, ਸਤਿਕਾਰ ਮਿਲੇ। ਤੇ ਤੀਜੀ ਬੰਦੇ ਦੀ ਮੰਗ ਹੈ ਕਿ ਮੈਂ ਖੁਦ ਮੁਖਤਿਆਰ ਹੋਵਾਂ, ਮੈਂ ਮੁਕਤ ਹੋ ਜਾਵਾਂ। ਇਹ ਤਿੰਨ ਚੀਜ਼ਾਂ ਨੇ ਨਾ, ਇਹਦੇ ਵਾਸਤੇ ਬੰਦਾ ਦੌੜਿਆ ਫਿਰਦਾ ਹੈ। ਸਾਡੀ ਸਾਰੀ ਭੱਜ ਦੌੜ ਕਾਹਦੇ ਵਾਸਤੇ? ਸੁੱਖਾਂ ਵਾਸਤੇ ਹੈ ਨਾ, ਖੁਸ਼ੀ ਵਾਸਤੇ। ਚਾਹੇ ਅਸੀਂ ਜੌਬ ਕਰਦੇ ਹਾਂ, ਵਪਾਰ ਕਰਦੇ ਹਾਂ, ਖੇਤੀ ਕਰਦੇ ਹਾਂ, ਅਸੀਂ ਵਿਆਹ ਸ਼ਾਦੀ ਕਰਾਈਏ, ਗ੍ਰਸਤੀ ਬਣਿਆ, ਜਾਂ ਬਾਬਿਆਂ ਨੇ ਗ੍ਰਸਤ ਦਾ ਤਿਆਗ ਕੀਤਾ, ਸਾਰੀ ਭੱਜ ਦੌੜ ਇਸ ਵਾਸਤੇ ਨਾ ਕਿ ਸੁੱਖ ਮਿਲੇ। ਜਿਸ ਧਨ ਕੋ ਚਾਰ ਕੁੰਟ ਉਠ ਧਾਵੇਂ, ਜਿਹੜੇ ਸੁਖ ਰੂਪ ਧਨ ਵਾਸਤੇ ਚਾਰਾਂ ਪਾਸੇ ਤੂੰ ਦੌੜਦਾ ਹੈ, ਸੋ ਧਨ ਹਰ ਸੇਵਾ ਤੇ ਪਾਵਹਿ, ਉਹ ਧਨ ਤੂੰ ਰੱਬ ਦੀ ਸੇਵਾ ਤੋਂ ਪਾ ਲਵੇਂਗਾ, ਰੱਬ ਦੀ ਸ਼ਰਨ ਵਿੱਚ ਮਿਲੇਗਾ। ਜਿਹੜਾ ਸੁੱਖ ਚਾਹੁੰਦੇ ਆ ਤਾਂ ਰੱਬੀ ਸੇਵਾ ਕਰਕੇ, ਰੱਬ ਦੀ ਸੇਵਾ ਕਰਕੇ ਸਾਨੂੰ ਸੁੱਖ ਮਿਲੇਗਾ। ਤੇ ਰੱਬ ਦੀ ਸੇਵਾ ਖੀਰ ਕੜਾਹ ਨਾਲ ਨਹੀਂ ਹੈ, ਰੱਬ ਦੀ ਸੇਵਾ ਫੁੱਲਾਂ ਦੇ ਨਾਲ ਨਹੀਂ ਹੈ। ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਹੈ, ਵਿੱਚ ਦੁਨੀਆ ਸੇਵ ਕਮਾਈ ਹੈ, ਕਿਉਂਕਿ ਇਹ ਸਾਰੀ ਕਾਇਨਾਤ ਰੱਬ ਦੀ ਹੈ ਨਾ। ਮੰਨ ਲਓ ਤੁਹਾਡੇ ਘਰ ਦੇ ਪਿੱਛੇ ਪਾਰਕ ਹੈ, ਤੁਸੀਂ ਫੁੱਲ ਬੂਟੇ ਲਗਾਏ ਨੇ, ਤੇ ਤੁਸੀਂ 2-4 ਦਿਨ ਵਾਸਤੇ ਬਾਹਰ ਜਾਂਦੇ ਹੋ, ਪਾਣੀ ਪਾਣ ਦਾ ਇੰਤਜ਼ਾਮ ਨਹੀਂ ਕਰ ਗਏ, ਤੇ ਜੇ ਕੋਈ ਤੁਹਾਡਾ ਪੜੋਸੀ, ਤੁਹਾਡਾ ਸੱਜਣ, ਜਿਹੜਾ ਤੁਹਾਡੇ ਨਾਲ ਪਿਆਰ ਕਰਦਾ ਹੈ, ਉਹਨੂੰ ਪਤਾ ਲੱਗੇ ਵੀ ਤੁਹਾਡੇ ਫੁੱਲ ਬੂਟੇ ਸੁੱਕ ਰਹੇ ਨੇ, ਤਾਂ ਫਿਰ ਕੀ ਕਰੇਗਾ? ਉਹ ਕੋਈ ਹੀਲਾ ਵਸੀਲਾ ਕਰੇਗਾ ਨਾ, ਪਾਣੀ ਪਾਏਗਾ ਗਮਲਿਆਂ ਦੇ ਵਿੱਚ, ਤੁਹਾਡੇ ਨੁਕਸਾਨ ਨੂੰ ਬਚਾਏਗਾ, ਤੁਹਾਡੇ ਘਰ ਦੀ ਰਾਖੀ ਕਰੇਗਾ, ਨੁਕਸਾਨ ਥੋੜੀ ਕਰੇਗਾ, ਕਿਉਂਕਿ ਤੁਹਾਡੇ ਨਾਲ ਪਿਆਰ ਕਰਦਾ ਨਾ ਉਹ। ਤੇ ਰੱਬ ਦੇ ਨਾਲ ਜਿਹੜਾ ਬੰਦਾ ਪਿਆਰ ਕਰਦਾ ਹੈ, ਉਹ ਰੱਬ ਦੇ ਘਰ ਦੀ ਤੋੜ ਫੋੜ ਥੋੜੀ ਕਰੇਗਾ, ਰੱਬ ਦੀਆਂ ਜਿਹੜੀ ਪ੍ਰੋਪਰਟੀ ਉਹਨੂੰ ਗਵਾਏਗਾ ਥੋੜੀ, ਸਗੋਂ ਜਿੱਥੇ ਪ੍ਰੋਪਰਟੀ ਦਾ ਨੁਕਸਾਨ ਹੁੰਦਾ ਹੋਵੇਗਾ ਉਹਨੂੰ ਬਚਾਉਣ ਦਾ ਯਤਨ ਕਰੇਗਾ। ਇਹੀ ਹੈ ਨਾ ਰੱਬ ਦੀ ਸੇਵਾ।
ਇੱਥੇ ਜੀਵ ਜੰਤ ਨੇ, ਪਸ਼ੂ ਪੰਛੀ ਨੇ, ਵਨਸਪਤੀ ਹੈ, ਪਾਣੀ ਹੈ, ਹਵਾ ਹੈ, ਧਰਤੀ ਹੈ, ਸਾਰਾ ਕੁਝ। ਤੇ ਰੱਬ ਦੇ ਬੱਚਿਆਂ ਨੂੰ ਖੁਸ਼ ਕਰਨਾ ਰੱਬ ਦੀ ਪ੍ਰਸੰਨਤਾ ਹੈ ਨਾ। ਤੁਹਾਡੇ ਬੱਚਿਆਂ ਨੂੰ ਕੋਈ ਖੁਸ਼ ਕਰੇ, ਤੁਹਾਡੇ ਬੱਚਿਆਂ ਨਾਲ ਪਿਆਰ ਕਰੇ, ਤਾਂ ਤੁਸੀਂ ਵੀ ਉਹਦਾ ਸਤਿਕਾਰ ਕਰਦੇ ਹੋ ਨਾ। ਤੇ ਜੇ ਕੋਈ ਤੁਹਾਡੇ ਬੱਚਿਆਂ ਨੂੰ ਦੁਖੀ ਕਰੇ ਤਾਂ ਉਹਦਾ ਸਤਿਕਾਰ ਥੋੜੀ ਕਰੋਗੇ। ਸਾਰੀ ਮਨੁੱਖਤਾ ਰੱਬ ਦੀ ਮਨੁੱਖਤਾ ਹੈ। ਤਾਂ ਰੱਬੀ ਸੇਵਾ ਦਾ ਮਤਲਬ ਰੱਬੀ ਰਜ਼ਾ ਦੇ ਵਿੱਚ ਤੁਰਨਾ ਔਰ ਮਨੁੱਖ ਮਾਤਰ ਦੀ ਸੇਵਾ ਕਰਨੀ, ਰੱਬੀ ਗੁਣਾਂ ਦੇ ਧਾਰਨੀ ਹੋਣਾ। ਤਾਂ ਜਿਹੜਾ ਤੂੰ ਸੁਖ ਚਾਹੁੰਦਾ ਹੈ ਉਹ ਰੱਬੀ ਰਜ਼ਾ ਦੇ ਵਿੱਚ ਮਿਲੇਗਾ। ਸੋ ਤਨ ਹਰ ਸੇਵਾ ਤੇ ਪਾਵੇਂ। ਰੱਬ ਦੀ ਸੇਵਾ ਦਾ ਮਤਲਬ ਰੱਬ ਦੀ ਰਜ਼ਾ ਵਿੱਚ ਤੁਰਨਾ, ਰੱਬ ਦੀ ਕੁਦਰਤ ਦੇ ਨਾਲ ਪਿਆਰ ਕਰਨਾ। ਇਹ ਧਨ ਸੁਖ ਦਾ ਤੈਨੂੰ ਮਿਲ ਜਾਏਗਾ। ਜਿਸ ਸੁਖ ਕੋ ਨਿਤ ਬਾਂਛੈ ਮੀਤ, ਜਿਹੜਾ ਸੁਖ ਕਿ ਇਹ ਮਿੱਤਰ ਜਿਹੜੇ ਸੁਖ ਨੂੰ ਤੂੰ ਰੋਜ਼ ਤਾਂਘਦਾ ਹੈ, ਬਾਂਛੇ ਦਾ ਮਤਲਬ ਚਾਹੁੰਦਾ ਹੈ, ਲੋਚਦਾ ਹੈ। ਜਿਹੜੇ ਸੁਖ ਨੂੰ ਤੂੰ ਨਿਤ ਲੋਚਦਾ ਹੈ ਕਿ ਮੈਨੂੰ ਮਾਨਸਿਕ ਸ਼ਾਂਤੀ ਮਿਲੇ। ਆਮ ਬੰਦੇ ਦਾ ਦੁਖਾਂਤ ਹੈ ਕਿ ਮੈਨੂੰ ਇਸ ਦੁਨੀਆ 'ਚ ਸੱਚਾ ਮਾਣ, ਆਦਰ ਜਾਂ ਪਿਆਰ ਨਹੀਂ ਮਿਲਿਆ। ਆਮ ਬੰਦੇ ਦੀ ਇਹ ਪ੍ਰੋਬਲਮ ਹੈ। ਘਰਾਂ ਦੇ ਵਿੱਚ ਜੀਆਂ ਦੀ ਪ੍ਰੋਬਲਮ, ਰਿਸ਼ਤੇਦਾਰਾਂ ਦੀ, ਸੱਜਣਾ ਮਿੱਤਰਾਂ ਦੀ, ਇਹ ਪ੍ਰੋਬਲਮ ਆਮ ਬੰਦੇ ਦੀ ਹੈ ਕਿ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ, ਸੱਚਾ ਸੁੱਖ ਨਹੀਂ ਮਿਲਿਆ, ਸ਼ਾਂਤੀ ਨਹੀਂ ਮਿਲੀ। ਮੈਂ ਇੰਨਾ ਕੁਛ ਕੀਤਾ ਹੈ ਲੇਕਿਨ ਇੰਨਾ ਕਰਨ ਤੋਂ ਬਾਅਦ ਵੀ ਮੈਂ ਖੱਟਿਆ ਕਿ ਸੁੱਖ ਤੇ ਮੈਨੂੰ ਮਿਲਿਆ ਨਹੀਂ। ਇਹ ਆਮ ਅਸੀਂ ਵਰਡਿੰਗ ਵਰਤਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਸੁੱਖ ਕੋ ਨਿਤ ਬਾਂਛੈ ਮੀਤ, ਮੇਰੇ ਮਿੱਤਰਾ ਜਿਹੜੇ ਸੁੱਖ ਨੂੰ ਤੂੰ ਰੋਜ਼ ਚਾਹਨਾ ਹੈ, ਤਾਂਘਨਾ ਹੈ, ਸੋ ਸੁੱਖ ਸਾਧੂ ਸੰਗ ਪ੍ਰੀਤ, ਉਹ ਸਿੱਖ ਤੈਨੂੰ ਮਿਲ ਜਾਏਗਾ ਜੇ ਤੂੰ ਗੁਰੂ ਦੇ ਨਾਲ ਪ੍ਰੀਤ ਪਾਏ। ਸਾਧੂ ਦਾ ਮਤਲਬ ਗੁਰੂ, ਸੰਗ ਦਾ ਮਤਲਬ ਸ਼ਰਨ। ਜੇ ਤੂੰ ਗੁਰੂ ਦੀ ਸ਼ਰਨ ਲਵੇਂ, ਗੁਰੂ ਦੇ ਨਾਲ ਪਿਆਰ ਪਾਏ ਤਾਂ ਉਹ ਸੁੱਖ ਤੈਨੂੰ ਮਿਲ ਜਾਏਗਾ। ਹੁਣ ਗੁਰੂ ਦੇ ਨਾਲ ਪ੍ਰੀਤ ਪਾਣੀ ਹੈ। ਗੁਰੂ ਨਾਲ ਪ੍ਰੀਤ ਦਾ ਮਤਲਬ ਗੁਰੂ ਦੀ ਬਾਣੀ ਨਾਲ ਪਿਆਰ ਕਰਨਾ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ ਦੇ ਨਾਲ ਪਿਆਰ ਕਰਨਾ, ਉਹ ਵੇ ਆਫ ਲਾਈਫ ਨੂੰ ਅਪਣਾਣਾ ਜੋ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਰਹੇ ਨੇ। ਜੇ ਤੂੰ ਗੁਰੂ ਦੀ ਮੱਤ ਨਾਲ, ਗੁਰੂ ਦੇ ਸਿਧਾਂਤਾਂ ਦੇ ਨਾਲ ਪ੍ਰੀਤ ਪਾਵੇਂ ਤਾਂ ਤੇਰੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋ ਜਾਏਗਾ। ਦੇਖੋ ਸਿੰਪਲ ਗੱਲਾਂ ਨੇ ਜਿਹੜੀਆਂ ਆਪਾਂ ਪਹਿਲਾਂ ਵੀ ਸਾਂਝੀਆਂ ਕੀਤੀਆਂ ਨੇ, ਜੋ ਗੁਰੂ ਜੀ ਨੇ ਸਾਨੂੰ ਬੜੇ ਆਸਾਨ ਤਰੀਕੇ ਦੇ ਨਾਲ ਸਮਝਾਈਆਂ ਨੇ। ਹੁਣ ਜਿੱਥੋਂ ਤੱਕ ਮਾਪਿਆਂ ਦੀ ਗੱਲ ਹੈ, ਬੱਚਿਆਂ ਦੀ, ਤਾਂ ਜੇ ਅਸੀਂ ਗੁਰਮਤਿ ਅਨੁਸਾਰ ਸੋਚੀਏ, ਸਮਝੀਏ ਤਾਂ ਫਿਰ ਕੀ ਹੋਏਗਾ। ਬੱਚਿਆਂ ਵਾਸਤੇ ਮਾਂ-ਬਾਪ ਗੋਲ ਦੇਣਗੇ ਪੂਤਾ, ਮਾਤਾ ਕੀ ਆਸ਼ੀਸ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਹੈ ਨਾ ਇਹ ਐਸਾ ਜਿਸ ਸਿਮਰਤ ਸਭ ਕਿਲ ਵਿਖਨਾਸੇ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਯਾਨੀ ਮਾਪੇ ਜੇ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਤਾਂ ਫਿਰ ਇਸ ਚੀਜ਼ ਨਾਲ ਪਿਆਰ ਪਾਣਗੇ ਕਿ ਸਾਡੇ ਅਸੀਂ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜੀਏ, ਉਹਨਾਂ ਨੂੰ ਐਸਾ ਗੋਲ ਦੇਵੀਏ। ਤੇ ਜੇ ਬੱਚੇ ਗੁਰੂ ਨਾਲ ਪਿਆਰ ਕਰਨ ਤਾਂ ਫਿਰ ਉਹ ਇਹ ਪੜਨਗੇ ਨਾ, ਪੂਤ ਕਾਹੇ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਕਿ ਪੁੱਤਰਾ ਆਪਣੇ ਮਾਪਿਆਂ ਦੇ ਨਾਲ ਕਿਉਂ ਝਗੜਾ ਕਰਦਾ ਹੈ? ਜਿਨ੍ਹਾਂ ਨੇ ਤੁਹਾਨੂੰ ਜੰਮਿਆ, ਪਾਲਿਆ, ਪੋਸ਼ਿਆ, ਵੱਡਾ ਕੀਤਾ, ਉਹਨਾਂ ਦੇ ਨਾਲ ਝਗੜਾ ਕਰਨਾ ਪਾਪ ਹੈ। ਜਦੋਂ ਬੱਚੇ ਇਸ ਚੀਜ਼ ਤੇ ਅਮਲ ਕਰਨਗੇ, ਮਾਪੇ ਉਸ ਚੀਜ਼ ਤੇ ਅਮਲ ਕਰਨਗੇ ਤਾਂ ਕਿੰਨਾ ਸੋਹਣਾ ਮਿਲਵਰਤਨ ਹੋਏਗਾ ਨਾ। ਕਦੇ ਬੱਚੇ ਮਾਪਿਆਂ ਤੋਂ ਦੂਰ ਨਹੀਂ ਜਾਣਗੇ, ਕਦੇ ਮਾਪੇ ਬੱਚਿਆਂ ਤੋਂ ਦੂਰ ਨਹੀਂ ਜਾਣਗੇ। ਤੇ ਜੇ ਪਤੀ ਪਤਨੀ ਗੁਰੂ ਨਾਲ ਪ੍ਰੀਤ ਕਰਨ, ਗੁਰੂ ਦੇ ਸਿਧਾਂਤਾਂ ਨਾਲ, ਧਨ ਫਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਕਿ ਪਤੀ ਪਤਨੀ ਉਹ ਨਹੀਂ ਹੁੰਦੇ ਜਿਹੜੇ ਇਕੱਠੇ ਇੱਕ ਜਗ੍ਹਾ ਤੇ ਹੋ ਕੇ ਬਹਿ ਜਾਣ। ਪਤੀ ਪਤਨੀ ਅਸਲ ਵਿੱਚ ਉਹ ਹੁੰਦੇ ਨੇ ਵੇਖਣ ਨੂੰ ਸੋਚ ਉਹਨਾਂ ਦੀ ਇੱਕ ਹੋਵੇ, ਸੋਚ ਉਹਨਾਂ ਦੀ ਇੱਕ ਹੋਵੇ। ਤੇ ਜੇ ਪਤੀ ਪਤਨੀ ਗੁਰੂ ਦੇ ਇਸ ਸਿਧਾਂਤ ਨਾਲ, ਗੁਰੂ ਦੇ ਇਸ ਬਚਨ ਨਾਲ ਅਮਲ ਕਰ ਲੈਣ ਇਹਦੇ ਤੇ, ਤਾਂ ਪਤਨੀ ਪਤਨੀ ਦਾ ਰਿਸ਼ਤਾ ਕਿੰਨਾ ਪਿਆਰਾ ਹੋ ਜਾਏਗਾ, ਕਿੰਨਾ ਸੌਖਾ ਸੁਹਾਵਣਾ ਹੋ ਜਾਏਗਾ। ਇਸੇ ਤਰ੍ਹਾਂ ਬਾਕੀ ਰਿਸ਼ਤੇ ਨੇ, ਮਿੱਤਰਤਾ ਹੈ, ਨਾਨਕੇ ਦਾਦਕੇ ਸਹੁਰੇ ਨੇ, ਯਾਰ ਦੋਸਤ ਨੇ,
ਜਾਂ ਜਿੱਥੇ ਵੀ ਅਸੀਂ ਵਿਚਰਦੇ ਹਾਂ, ਜੇ ਗੁਰੂ ਦੇ ਬਚਨਾਂ ਮੁਤਾਬਕ ਜ਼ਿੰਦਗੀ ਜੀਵੀ ਜਾਏ ਤਾਂ ਸੁੱਖ ਪੈਦਾ ਹੋ ਜਾਏਗਾ ਨਾ। ਇਸ ਲਈ ਜਿਸ ਸੁਖ ਕੋ ਨਿਜ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਉਹ ਸੁੱਖ ਤੈਨੂੰ ਮਿਲ ਸਕਦਾ ਜੇ ਤੂੰ ਗੁਰੂ ਦੇ ਨਾਲ ਪ੍ਰੀਤ ਪਾਵੇਂ, ਗੁਰੂ ਦੀ ਫਿਲਾਸਫੀ ਦੇ ਨਾਲ ਜੇ ਤੂੰ ਪਿਆਰ ਪਾਏ ਤਾਂ ਤੈਨੂੰ ਉਹ ਸੁੱਖ ਮਿਲ ਸਕਦਾ ਹੈ। ਉਹ ਸੁੱਖ ਦਾ ਰਾਜ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਹੁਕਮ ਦੇ ਵਿੱਚ ਹੀ ਹੈ ਨਾ ਸੁੱਖ। ਜਿਸ ਸ਼ੋਭਾ ਕੋ ਕਰਹਿ ਭਲੀ ਕਰਨੀ, ਜਿਹੜੀ ਸ਼ੋਭਾ ਖਾਤਰ ਤੂੰ ਚੰਗੇ ਕੰਮ ਕਰਦਾ ਹੈ। ਭਲੀ ਕਰਨੀ, ਜਿਹੜੇ ਧਾਰਮਿਕ ਤੌਰ ਤੇ ਮਿੱਥੇ ਹੋਏ ਚੰਗੇ ਚੰਗੇ ਕੰਮ ਨੇ ਬੰਦਾ ਕਰਦਾ ਹੈ ਨਾ ਸ਼ੋਭਾ ਵਾਸਤੇ। ਤੀਰਥਾਂ ਤੇ ਜਾਂਦਾ ਹੈ, ਕਾਹਦੇ ਵਾਸਤੇ ਜਾਂਦਾ ਹੈ? ਸਿਰਫ ਸ਼ੋਭਾ ਵਾਸਤੇ। ਹੋਰ ਤੀਰਥਾਂ ਤੇ ਨਹਾਉਣ ਨਾਲ ਕੁਝ ਹੋਣਾ ਹੈ ਨਹੀਂ। ਬਿਲਕੁਲ ਮਨ ਸਾਫ਼ ਨਹੀਂ ਹੋਣਾ, ਜੀਵਨ ਵਿੱਚ ਕੋਈ ਤਬਦੀਲੀ ਨਹੀਂ ਹੋਣੀ। ਸ਼ੋਭਾ ਹੀ ਹੈ ਨਾ ਵੀ ਅਸੀਂ ਤੇ ਹਰ ਸਾਲ ਜਾਂਦੇ ਹਾਂ ਜੀ, ਬੈਨਰ ਲਗਾਇਆ ਹੁੰਦਾ 11ਵੀਂ ਫ੍ਰੀ ਤੀਰਥ ਯਾਤਰਾ। ਐਡਵਰਟਾਈਜ਼ਮੈਂਟ ਨਾ ਕਿ ਇਹਨਾਂ ਨੂੰ ਮੈਂ ਪਹਿਲੋਂ ਵੀ ਘੁਮਾ ਕੇ ਲਿਆਉਣਾ ਵਾ, ਸ਼ੋਭਾ ਵਾਸਤੇ ਕਰਦਾ ਹੁੰਦਾ। ਅਸਰਾਤ ਜਿਹੜੇ ਅਸੀਂ ਕਰਦੇ ਹਾਂ ਇਹ ਕਾਹਦੇ ਵਾਸਤੇ? ਫੋਕੀ ਸ਼ੋਭਾ ਹੀ ਹੈ ਨਾ। ਹੋਰ ਬਾਪੂਆਂ ਨੂੰ ਕਿਹੜਾ ਜਿਉਂਦਿਆਂ ਨੂੰ ਤੇ ਲੋਕੀ ਰੋਟੀ ਦਿੰਦੇ ਨਹੀਂ, ਸ਼ੋਭਾ ਹੀ ਹੈ ਨਾ। ਕੋਈ ਬਜ਼ੁਰਗ ਗੁਜ਼ਰ ਜਾਏ ਤੇ ਉੱਥੇ ਹੁਣ ਰਸਗੁੱਲੇ, ਗੁਲਾਬ ਜਾਮਨ, ਬਰਫੀ, ਸਮੋਸੇ, ਪਕੌੜੇ, ਪੀਜੇ, 버ਗਰ, ਇਹਦਾ ਕੀ ਤੁਕ ਹੈ? ਸ਼ੋਭਾ ਹੀ ਹੈ ਨਾ। ਵਿਵਾਹ ਧੰਨ ਧੰਨ ਕਰਾਤੀ ਬਾਪੂ ਦਾ ਨਾ ਭੋਗ ਪਾਇਆ, ਬੜੇ ਬਈ ਉੱਥੇ ਗੁਲਾਬ ਜਾਮਨ ਤੇ ਪਨੀਰ ਤੇ ਸਮੋਸੇ ਤੇ ਪੀਜੇ ਤੇ 버ਗਰ ਉਹਨਾਂ ਲਾਏ ਸਨ ਬਾਪੂ ਦੇ ਭੋਗ ਤੇ। ਤੇ ਜੇ ਪੁੱਛੀਏ ਮਰਿਆ ਕਿਉਂ ਬਾਪੂ, ਉਹ ਦੋਵਾਂ ਭਰਾਵਾਂ ਦੀ ਆਪਸ ਚ ਲੜਦੇ ਸਨ ਤੇ ਬਾਪੂ ਨੂੰ ਰੋਟੀ ਨਹੀਂ ਸਣ ਦਿੰਦੇ ਟਾਈਮ ਨਾਲ, ਮਰਿਆ ਭੁੱਖ ਨਾਲ। ਤੇ ਬਾਅਦ ਦੇ ਵਿੱਚ ਪੀਜੇ, 버ਗਰ ਸ਼ੋਭਾ ਵਾਸਤੇ ਕਰਦੇ ਨਾ। ਬੱਚੇ ਦਾ ਵਿਆਹ ਕੀਤਾ ਤੇ 2 ਕਿੱਲੇ ਜ਼ਮੀਨ ਵੇਚਤੀ ਸ਼ੋਭਾ ਵਾਸਤੇ, ਤੇ ਬਾਅਦ ਦੇ ਵਿੱਚ ਸਾਰੀ ਉਮਰ। ਤਾਂ ਗੁਰੂ ਜੀ ਕਹਿੰਦੇ ਨੇ ਸ਼ੋਭਾ, ਬੰਦਾ ਚਾਹੁੰਦਾ ਹੈ ਨਾ ਕਿ ਮੇਰੀ ਸ਼ੋਭਾ ਹੋਵੇ, ਮੈਨੂੰ ਮਾਣ ਮਿਲੇ, ਆਦਰ ਮਿਲੇ, ਇਹ ਹਰ ਬੰਦੇ ਦਾ ਹੱਕ ਹੈ। ਸ਼ੋਭਾ ਖੱਟਣਾ ਹਰ ਬੰਦੇ ਦਾ ਹੱਕ ਹੈ, ਉਹਦਾ ਫਰਜ਼ ਵੀ ਹੈ ਕਿ ਜ਼ਿੰਦਗੀ ਇੱਜ਼ਤ ਵਾਲੀ ਜੀਵੇ। ਦੇਖੋ ਹਰ ਬੰਦੇ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ। ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਡੀ ਇੱਜ਼ਤ ਕਰਾਂ, ਵੱਧ ਤੋਂ ਵੱਧ ਕਰਾਂ, ਜਿੰਨੀ ਵੀ ਕਰ ਸਕਣਾ ਉਨੀ ਕਰਾਂ। ਤੁਸੀਂ ਇੱਕ ਦੂਜੇ ਦੀ ਇੱਜ਼ਤ ਕਰੋ, ਤੁਹਾਨੂੰ ਇੱਜ਼ਤ ਮਿਲਣੀ ਚਾਹੀਦੀ ਹੈ, ਵੱਧ ਤੋਂ ਵੱਧ ਮਿਲਣੀ ਚਾਹੀਦੀ ਹੈ। ਪਰ ਹੁਣ ਇੱਜ਼ਤ ਮਿਲੇ ਕਿਵੇਂ? ਇੱਜ਼ਤ ਮਿਲੇ ਕਿਵੇਂ? ਜਿਹੜੀ ਇੱਜ਼ਤ ਤੂੰ ਚਾਹੁੰਦਾ ਹੈ ਤੇ ਇੱਜ਼ਤ ਵਾਸਤੇ ਕਰਮ ਕਰ ਰਿਹਾ ਹੈ ਤੂੰ, ਲੇਕਿਨ ਤੈਨੂੰ ਇੱਜ਼ਤ ਮਿਲੀ ਨਹੀਂ, ਤਾਂ ਗੁਰੂ ਜੀ ਕਹਿੰਦੇ ਨੇ ਜਿਸ ਸ਼ੋਭਾ ਕੋ ਕਰਹਿ ਭਲੀ ਕਰਨੀ, ਸਾ ਸ਼ੋਭਾ ਭਜ ਹਰ ਕੀ ਸ਼ਰਨੀ। ਭਜ ਦਾ ਮਤਲਬ ਭਜ ਪਓ, ਜਾ ਕੇ ਜਿੰਨੀ ਵੀ ਛੇਤੀ ਹੁੰਦਾ ਰੱਬ ਦੀ ਸ਼ਰਨ ਲੈ। ਸਾ ਸ਼ੋਭਾ, ਉਹ ਸ਼ੋਭਾ, ਉਹ ਸੁੱਖ, ਉਹ ਆਦਰ, ਮਾਨ। ਭਜ ਹਰ ਕੀ ਸ਼ਰਨੀ, ਰੱਬ ਦੀ ਸ਼ਰਨੀ ਪੈ ਜਾ, ਰੱਬ ਦੀ ਸ਼ਰਨ ਲੈ, ਰੱਬ ਅੱਗੇ ਸਰੈਂਡਰ ਹੋ। ਸ਼ਰਨ ਪੈਣ ਦਾ ਮਤਲਬ ਰੱਬ ਦੇ ਹੁਕਮ ਵਿੱਚ ਤੁਰ। ਜੇ ਤੂੰ ਰੱਬ ਦੇ ਹੁਕਮ ਵਿੱਚ ਜ਼ਿੰਦਗੀ ਜੀਵੇਂਗਾ ਤੈਨੂੰ ਸ਼ੋਭਾ ਮਿਲੇਗੀ, ਸਤਕਾਰ ਮਿਲੇਗਾ। ਵਰਤ ਰੱਖਿਆ ਨਹੀਂ ਮਿਲਣਾ, ਤੀਰਥਾਂ ਤੇ ਜਾਣ ਨਾਲ ਨਹੀਂ ਮਿਲਣਾ, ਸਮਾਧੀਆਂ ਲਾਉਣ ਦੇ ਨਾਲ ਨਹੀਂ ਮਿਲਣਾ, ਪਹਾੜਾਂ ਤੇ ਚੜਿਆ ਨਹੀਂ ਮਿਲਣਾ। ਸਤਕਾਰ ਮਿਲੇਗਾ ਜੇ ਤੂੰ ਰੱਬ ਦੇ ਚਰਨਾਂ ਦੀ ਸ਼ਰਨ ਲਵੇਂਗਾ, ਤੇਰੀ ਸਿਸਟਮ ਦੇ ਅੰਦਰ ਜ਼ਿੰਦਗੀ ਹੋਵੇਗੀ, ਤੂੰ ਗੁਣਾਂ ਦਾ ਧਾਰ ਨਹੀਂ ਹੋਏਗਾ ਤਾਂ ਤੈਨੂੰ ਮਾਣ ਮਿਲੇਗਾ, ਸਤਕਾਰ ਮਿਲੇਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤਾਂ ਦੇਖੋ ਸਾਡੇ ਕਿੰਨੇ ਸਾਰੇ ਮਸਲੇ ਹੱਲ ਹੋ ਗਏ, ਕਿੰਨੇ ਸਾਰੇ ਅਸੀਂ ਐਵੇਂ ਹੀ ਕਰਮ ਕਰੀ ਜਾਂਦੇ ਹਾਂ ਤੇ ਜਿਨ੍ਹਾਂ ਦਾ ਨਤੀਜਾ ਕੁਝ ਵੀ ਨਹੀਂ ਨਿਕਲਿਆ ਸਿਵਾਏ ਪਛਤਾਵੇ ਤੋਂ, ਟਾਈਮ ਦੀ ਬਰਬਾਦੀ, ਪੈਸੇ ਦੀ ਬਰਬਾਦੀ। ਤੇ ਜੇ ਉਸ ਟਾਈਮ ਦੀ ਬਰਬਾਦੀ ਜੋ ਕੀਤੀ ਹੈ, ਜੇ ਉਹਦੇ ਚੋਂ 2-4 ਮਿੰਟ ਵੀ ਸੋਚ ਕੇ ਇਧਰ ਟਾਈਮ ਪਾਸ ਕੀਤਾ ਹੁੰਦਾ, ਥੋੜਾ ਵੀ ਇਧਰ ਧਿਆਨ ਦਿੱਤਾ ਹੁੰਦਾ, ਤਾਂ ਫਿਰ ਸ਼ੋਭਾ ਸੀ ਨਾ ਬੱਲੇ ਬੱਲੇ ਸੀ। ਅਨੇਕ ਉਪਾਵੀ ਰੋਗ ਨਾ ਜਾਏ, ਇੱਥੇ ਉਪਾਵੀ ਦੇ ਨਾਲ ਬਿੰਦੀ ਲਾਵਾਂਗੇ। ਉਪਾਵੀ, ਉਪਾਵਾਂ ਦੇ ਨਾਲ, ਹੀਲਿਆਂ ਦੇ ਨਾਲ। ਰੋਗ ਨਾ ਜਾਏ, ਅਨੇਕਾਂ ਉਪਾਅ ਕੀਤਿਆਂ ਵੀ ਜੇ ਰੋਗ ਨਹੀਂ ਜਾਂਦਾ। ਹੁਣ ਰੋਗ ਨਹੀਂ ਨਾ ਗਏ ਬੰਦੇ ਦੇ ਵਿੱਚੋਂ, ਇੱਥੇ ਗੱਲ ਸਰੀਰਕ ਬਿਮਾਰੀਆਂ ਦੀ ਨਹੀਂ ਹੈ, ਇੱਥੇ ਰੋਗ ਕਿਹੜਾ ਹੈ? ਹੋਮੇ ਦੀਰਘ ਰੋਗ ਹੈ। ਕਾਮ ਕ੍ਰੋਧ ਰੋਗ ਹੀ ਨੇ ਨਾ, ਇਹਨਾਂ ਰੋਗਾਂ ਕਰਕੇ ਮਨੁੱਖਤਾ ਰੋਗੀ ਹੈ ਔਰ ਆਤਮਕ ਮੌਤ ਤੇ ਬੰਦਾ ਮਰਿਆ ਜਾ ਰਿਹਾ।
ਜੇ ਤਾਂ ਕੇਵਲ ਤੀਰਥਾਂ ਤੇ ਨਹਾਉਣ ਦੇ ਨਾਲ ਇਹ ਰੋਗ ਹਟਦੇ ਹੁੰਦੇ, ਕਾਮ ਕ੍ਰੋਧ ਲੋਭ ਆਦਿਕ, ਤਾਂ ਮੈਂ ਵਰਡਿੰਗ ਬਾਰ-ਬਾਰ ਵਰਤ ਰਿਹਾ ਹਾਂ, ਫਿਰ ਇੰਡੀਆ ਦੇ ਅੰਦਰ ਤਾਂ ਇਹ ਰੋਗ ਨਹੀਂ ਸੀ ਹੋਣੇ ਚਾਹੀਦੇ, ਕਿਉਂਕਿ ਸਭ ਤੋਂ ਜ਼ਿਆਦਾ ਲੋਕ ਉੱਥੇ ਨਹਾਉਂਦੇ ਨੇ। ਜਿੰਨੇ ਜਪ ਤਪ ਸਾਡੇ ਲੋਕ ਕਰ ਰਹੇ ਨੇ, ਉਹਨੇ ਜਪ ਤਪ ਹੋਰ ਕੋਈ ਨਹੀਂ ਕਰ ਰਿਹਾ। ਜਪ ਤਪ ਬੜੇ ਕੀਤੇ ਜਾ ਰਹੇ ਨੇ, ਪੁੰਨਦਾਨ ਕੀਤੇ ਜਾ ਰਹੇ ਨੇ, ਪਠਨ ਪਾਠਨ ਹੋ ਰਿਹਾ ਹੈ ਧਰਮ ਗ੍ਰੰਥਾਂ ਦਾ, ਮੰਦਰਾਂ ਮਸੀਤਾਂ ਗੁਰਦੁਆਰਿਆਂ ਦੇ ਵਿੱਚ ਲੋਕ ਜਾ ਰਹੇ ਨੇ, ਤੀਰਥ ਇਸ਼ਨਾਨ ਕਰ ਰਹੇ ਨੇ, ਮਾਲਾ ਫੇਰ ਰਹੇ ਨੇ, ਸਮਾਧੀਆਂ ਲਾ ਰਹੇ ਨੇ। ਇਹ ਤਾਂ ਹੀਲੇ ਵਸੀਲੇ ਸਾਰੇ ਕਰਦੇ ਨੇ ਪਏ, ਪਰ ਇਹ ਹੀਲੇ ਵਸੀਲੇ ਕਰਨ ਦੇ ਨਾਲ ਰੋਗ ਗਿਆ ਤੇ ਨਹੀਂ, ਹੰਕਾਰ ਨਹੀਂ ਮਿਟਿਆ। ਸਗੋਂ ਐਸੇ ਲੋਕਾਂ ਦੇ ਵਿੱਚ ਹੰਕਾਰ ਹੋਰ ਵਧਿਆ ਹੁੰਦਾ ਹੈ, ਗੁੱਸਾ ਹੋਰ ਵਧਿਆ ਹੁੰਦਾ ਹੈ, ਲੋਭ ਹੋਰ ਵਧਿਆ ਹੁੰਦਾ ਹੈ। ਰੋਗ ਉੱਥੇ ਦਾ ਉੱਥੇ ਹੀ ਹੈ। ਪਹਿਲਾਂ ਰੋਗ ਸੀ, ਹੰਕਾਰ ਸੀ ਕਿ ਮੈਂ ਸ਼ਰਾਬ ਦੀ ਬੋਤਲ ਖਲਾ ਖਲਾ ਪੀ ਜਾਂਦਾ, ਮੈਂ ਤੇ ਪਾਣੀ ਵੀ ਨਹੀਂ ਕਦੇ ਪਾਇਆ। ਪਹਿਲਾਂ ਤੇ ਇਹ ਚੀਜ਼ ਦਾ ਹੰਕਾਰ ਕਰਦਾ ਸੀ, ਤੇ ਹੁਣ ਹੰਕਾਰ ਕਰ ਰਿਹਾ ਕਿ ਮੈਂ ਹਰ ਸਾਲ ਤੀਰਥਾਂ ਤੇ ਨਹਾ ਕੇ ਆਉਣਾ। ਬਸ ਵਰਡਿੰਗ ਬਦਲ ਗਈ ਹੈ, ਰੂਪ ਬਦਲ ਗਿਆ ਹੈ। ਈਗੋ ਉੱਥੇ ਹੀ ਹੈ, ਲੋਭ ਉੱਥੇ ਹੀ ਹੈ, ਗੁੱਸਾ ਉਨਾ ਹੀ ਹੈ, ਮਨ ਰੋਗੀ ਹੈ, ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਗਿਆ, ਜਾਂ ਸੁਪਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਗਿਆ, ਜਾਂ ਹੋਰ ਵਿਕਾਰਾਂ ਦਾ। ਅਨਿਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਉਹ ਰੋਗ ਪ੍ਰਭੂ ਦੀ ਨਾਮ ਰੂਪ ਦਵਾਈ ਵਰਤਿਆ ਮਿਟ ਸਕਦਾ ਹੈ। ਨਾਮ ਦਾ ਮਤਲਬ ਹੁਕਮ, ਰੱਬੀ ਗੁਣ। ਜਿਹੜੇ ਰੋਗ ਨਹੀਂ ਮਿਟ ਰਹੇ, ਉਹ ਹੁਕਮ ਦੇ ਅੰਦਰ ਤੁਰਿਆ ਮਿਟ ਸਕਦੇ ਨੇ। ਰਿਕੁਆਇਰਮੈਂਟ ਹੈ ਨਾ, ਹੁਣ ਦਵਾਈ ਹੀ ਗਲਤ ਕੀਤੀ ਜਾਏ, ਰੋਗ ਹੋਰ ਹੋਵੇ, ਦਵਾਈ ਹੋਰ ਦਿੱਤੀ ਜਾਏ, ਤਾਂ ਰੋਗ ਵਧੇਗਾ ਨਹੀਂ, ਘਟੇਗਾ ਨਹੀਂ, ਸਗੋਂ ਵੱਧ ਸਕਦਾ ਹੈ। ਸਾਈਡ ਇਫੈਕਟ ਹੋ ਜਾਏਗਾ ਕਿਸੇ ਦਵਾਈ ਦਾ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਜਿੰਨੇ ਵੀ ਇਹ ਰੋਗ ਨੇ, ਚਾਹੇ ਉਹ ਨੈਗੇਟਿਵਿਟੀ ਦਾ ਹੈ, ਚਾਹੇ ਉਹ ਕਾਮ ਕ੍ਰੋਧ ਲੋਭ ਆਦਿਕ ਦਾ ਹੈ, ਜਾਂ ਵਿਕਾਰਾਂ ਦਾ ਹੈ, ਜੇ ਰੱਬ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਵੀ ਜਾਏ ਤਾਂ ਇਹ ਰੋਗ ਮਿਟ ਸਕਦੇ ਨੇ, ਪੋਸੀਬਿਲਿਟੀ ਹੈ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ। ਨਿਧਾਨ ਦਾ ਮਤਲਬ ਖਜ਼ਾਨਾ, ਨਾਮ ਨਿਧਾਨ ਦਾ ਮਤਲਬ ਹੁਕਮ ਦਾ ਖਜ਼ਾਨਾ, ਰੱਬੀ ਗੁਣਾਂ ਦਾ ਖਜ਼ਾਨਾ। ਸਾਰੇ ਖਜ਼ਾਨਿਆਂ ਦੇ ਵਿੱਚੋਂ ਰੱਬ ਦੇ ਨਾਮ ਦਾ ਖਜ਼ਾਨਾ ਸਭ ਤੋਂ ਵਧੀਆ ਹੈ, ਗੁਣਾਂ ਦਾ ਖਜ਼ਾਨਾ। ਹੁਣ ਖਜ਼ਾਨੇ ਕਿਹੜੇ ਨੇ? ਜਿਹੜੇ ਧਾਰਮਿਕ ਕਰਮ ਕਾਂਡ ਨੇ, ਖਜ਼ਾਨੇ ਨੇ ਨਾ। ਲੋਕ ਸ਼ਨੀਵਾਰ ਨੂੰ ਤੇਲ ਪਾ ਰਹੇ ਨੇ, ਕਰਮ ਕਾਂਡਾਂ ਦੇ ਖਜ਼ਾਨੇ। ਵਰਤਨ ਰਾਤੇ ਸਰਾਧ ਨੇ, ਜਪ ਤਪ ਸੰਜਮ ਹੈ, ਜਾਂ ਅਵਗੁਣ ਪਾਪ ਵਿਕਾਰ ਨੇ, ਇਹ ਖਜ਼ਾਨੇ ਭਰੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਸਭ ਤੋਂ ਚੰਗਾ ਖਜ਼ਾਨਾ ਹੈ ਨਾਮ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ। ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ, ਇਹਨਾਂ ਗੁਣਾਂ ਦੇ ਖਜ਼ਾਨੇ ਭਰਨੇ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਰੱਬੀ ਗੁਣਾਂ ਦਾ ਖਜ਼ਾਨਾ ਸਭ ਤੋਂ ਚੰਗਾ ਖਜ਼ਾਨਾ ਹੈ। ਇਸ ਲਈ ਆਪਣੇ ਅੰਦਰ ਇਹਨਾਂ ਗੁਣਾਂ ਨੂੰ ਭਰੋ, ਇਹਨਾਂ ਨੂੰ ਸੰਚੋ, ਇਹਨਾਂ ਨੂੰ ਵਰਤੋ। ਜਪ ਨਾਨਕ ਦਰਗਾਹ ਪਰਵਾਨ। ਜਪ ਦਾ ਮਤਲਬ ਜਾਣਨਾ, ਜਪ ਦਾ ਮਤਲਬ ਜਾਣਨਾ, ਸਮਝਣਾ, ਔਰ ਇਹਨਾਂ ਗੁਣਾਂ ਦੇ ਉੱਤੇ ਅਮਲ ਕਰਨਾ। ਗੁਰੂ ਜੀ ਕਹਿੰਦੇ ਨੇ ਇਹਨਾਂ ਗੁਣਾਂ ਨੂੰ ਜਾਣ, ਰੱਬ ਦੇ ਹੁਕਮ ਨੂੰ ਸਮਝ, ਅਮਲ ਕਰ। ਫਿਰ ਕੀ ਹੋਏਗਾ? ਦਰਗਾਹ ਪ੍ਰਵਾਨ, ਰੱਬ ਦੀ ਦਰਗਾਹ ਤੇ ਪ੍ਰਵਾਨ ਹੋ ਜਾਏਗਾ, ਰੱਬ ਦੇ ਦਰ ਤੇ ਪ੍ਰਵਾਨ ਹੋ ਜਾਏਗਾ, ਰੱਬ ਦੇ ਅੰਦਰ ਅਪੇਦ ਹੋ ਜਾਏਗਾ, ਰੱਬ ਵਰਗਾ ਹੋ ਜਾਏਗਾ ਜੇ ਤੂੰ ਰੱਬੀ ਹੁਕਮ ਨੂੰ ਸਮਝ ਲਵੇਂ। ਤਾਂ ਅੱਜ ਦੀ ਇਸ ਵਿਚਾਰ ਮੁਤਾਬਕ ਰੱਬ ਦੇ ਗੁਣਾਂ ਤੋਂ ਬਿਨਾਂ ਸਾਡੇ ਨਾਲ ਕੁਝ ਨਹੀਂ ਚੱਲਦਾ। ਸਾਥ ਨਾ ਚੱਲੇ ਬਿਨ ਭਜਨ। ਰੱਬੀ ਗੁਣਾਂ ਤੋਂ ਬਿਨਾਂ ਸਾਡੇ ਆਤਮਿਕ ਜੀਵਨ ਦੇ ਵਿੱਚ ਕੋਈ ਚੀਜ਼ ਸਾਥ ਦੇਣ ਵਾਲੀ ਨਹੀਂ ਹੈ। ਜੇ ਆਤਮਿਕ ਜੀਵਨ ਵਿੱਚ, ਖੁਸ਼ੀਆਂ ਵਿੱਚ, ਪ੍ਰਸੰਨਤਾ ਵਿੱਚ ਸਾਥ ਦੇ ਸਕਦੇ ਨੇ ਤਾਂ ਰੱਬ ਦੇ ਗੁਣ ਦੇ ਸਕਦੇ ਨੇ, ਹੋਰ ਕੋਈ ਨਹੀਂ। ਵਿਖਿਆ ਸਗਲੀ ਛਾਰ, ਜੋ ਇਹ ਮਾਇਆ ਹੈ, ਭਾਵ ਜਿਹੜੇ ਔਗਣ ਨੇ, ਇਹ ਸਾਰੇ ਸੁਆਵਤ ਨੇ, ਇਹ ਬੇਕਾਰ ਨੇ, ਇਹ ਵਿਅਰਥ ਨੇ। ਇਸ ਲਈ ਹਰ ਹਰ ਨਾਮ ਕਮਾਉਣਾ, ਰੱਬੀ ਹੁਕਮ ਦੇ ਵਿੱਚ ਕਮਾਈ ਕਰਨੀ, ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਣੀ, ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ
ਸਾਰੇ ਸਮੱਸਿਆ ਦਾ ਸੋਲੂਸ਼ਨ ਹੈ। ਜੇ ਤੂੰ ਸੁਖ ਚਾਹੁੰਦਾ ਹੈ, ਖੇੜਾ ਚਾਹੁੰਦਾ ਹੈ, ਪ੍ਰਸੰਨਤਾ ਚਾਹੁੰਦਾ ਹੈ, ਆਦਰ ਚਾਹੁੰਦਾ ਹੈ, ਸਤਿਕਾਰ ਚਾਹੁੰਦਾ ਹੈ, ਰੱਬੀ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਹੈ, ਤਾਂ ਫਿਰ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਣ ਦਾ ਯਤਨ ਕਰ। ਤਾਂ ਅੱਜ ਜੋ ਅਸਾਂ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਸਵਾਲ ਪੁੱਛਣਾ ਹੋਵੇ, ਜੋ ਅਸੀਂ 3 ਪਦਾਂ ਦੀ ਵਿਚਾਰ ਕੀਤੀ ਹੈ, ਇਹਦੇ ਪ੍ਰਥਾਏ ਕੋਈ ਤੁਹਾਡਾ ਸਵਾਲ ਹੋਏ ਤਾਂ ਉਹ ਸਵਾਲ ਕਰ ਸਕਦੇ ਹੋ। ਔਰ ਜੋ ਆਪਾਂ ਵਿਚਾਰੇ ਨੇ ਅਰਥ ਭਾਵ, ਇਹਨਾਂ ਦੇ ਵਿੱਚ ਜੇ ਕੋਈ ਆਪਣਾ ਤੁਸੀਂ ਵਿਚਾਰ ਦੇਣਾ ਚਾਹੋ ਤਾਂ ਉਹ ਆਪਣੇ ਵਿਚਾਰ ਵੀ ਦੇ ਸਕਦੇ ਹੋ। ਹੁਣ ਸਤਿਕਾਰਯੋਗ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਜਾਣਗੇ ਔਰ ਅਗਲੀ ਕਾਰਵਾਈ ਉਹ ਕਰਨਗੇ। ਫੇਸਬੁੱਕ ਤੇ ਜੋ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ, ਤੇ ਆਪ ਕਲਾਸ ਵਾਲੇ ਵੀਰਾਂ ਭੈਣਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ। ਤੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਆ ਜੀ ਕਿ ਅੱਜ ਦੀ ਕਥਾ ਦੇ ਵਿੱਚੋਂ ਜੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਹੁਣੇ ਅਨਮਿਊਟ ਹੋ ਜਾਓ ਜੀ, ਤੇ ਤਾਂ ਕਿ ਤੁਸੀਂ ਆਪਣਾ ਸਵਾਲ ਵੀ ਰੱਖ ਸਕੋ। ਜੇ ਆਪਣੇ ਵਿਚਾਰ ਰੱਖਣੇ ਆ, ਵਿਚਾਰ ਰੱਖੋ। ਜੇ ਕੋਈ ਹੋਰ ਵੀ ਤੁਸੀਂ ਗੱਲ ਕਰਨੀ ਹੈ, ਤੁਸੀਂ ਕਰ ਸਕਦੇ ਆ ਜੀ। ਜੇ ਅੱਜ ਨਾਲ ਸੰਬੰਧਿਤ ਹੈਗੀ ਤਾਂ ਮੱਚ ਬੈਟਰ ਆ, ਤੇ ਅਦਰਵਾਈਜ਼ ਵੀ ਤੁਸੀਂ ਕਰ ਸਕਦੇ ਆ। ਤੇ ਅਨਮਿਊਟ ਛੇਤੀ ਹੋ ਜਾਓ ਜੀ, ਕਿਉਂਕਿ ਸਾਡੇ ਕੋਲ ਟਾਈਮ, ਮੇਰੇ ਕੋਲ ਅੱਜ ਥੋੜ੍ਹਾ ਜਿਹਾ ਘੱਟ ਆ, ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਪਲੀਜ਼ ਅਨਮਿਊਟ ਹੋ ਜਾਓ, ਨਹੀਂ ਤਾਂ ਆਪਾਂ ਸਮਾਪਤੀ ਕਰ ਦੇਣੀ ਜੀ। ਹੈ ਨਹੀਂ ਜੀ ਕੋਈ ਵੀ ਗਿਆਨੀ ਜੀ? ਅੱਜ ਮੈਨੂੰ ਲੱਗਦਾ ਸਾਰੇ ਸੈਟਿਸਫਾਈਡ ਆ ਜੀ, ਤੁਹਾਡਾ ਜੋ ਕੁਛ ਵੀ ਤੁਸੀਂ ਦੱਸਿਆ, ਤੇ ਉਹਦੇ ਨਾਲ ਮੈਨੂੰ ਲੱਗਦਾ ਪੱਕੀ ਤਸੱਲੀ ਹੈ। ਨਹੀਂ ਕੋਈ ਅਨਮਿਊਟ ਨਹੀਂ ਜੀ ਹੋਇਆ ਹੁਣ, ਤੇ ਤੁਹਾਨੂੰ ਕਹੂੰਗਾ ਵੀ ਪੈਰੀ ਪੈਣਾ ਤੁਹਾਡੇ ਵੱਲੋਂ ਕਹਿ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ। ਕੱਲ ਨੂੰ 1 ਵਜੇ ਮੁੜ ਕੇ ਆਣੇ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।